ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨਹਿ ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਹਮ ਅੰਤੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ। ਇਹ ਭੀਤਰ ਤੇ ਇਨ ਕੋ ਡਾਰਹੁ ਆਪਨ ਨਿਕਟ ਬੁਲਾਵਹੁ। ਮੂਕ ਉਚਰੈ ਸਾਸਤ੍ਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਏ। ਬੇਸਮਾਰ ਅਥਾਹ ਅਗਨਿਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ।
जब मेरी मेरी मिट जाए, तब प्रभ काज सवारने आए। ऐसा ज्ञान विचार मना, हर की ना सिमरहो दुख भंजना। रहाओ जब लग सिंग रह बन माहे, तब लग बन फूलै ही नाहे। जब ही सियाल सिंग को खाए, फूल रही सगली बदराए। जीतो बूटै हारो तिरै, गुर बरसाती पार उतरै। दास कबीर कह समझाए, केवल राम रहो लिव लाए। जीतो बूटै हारो तिरै, गुर बरसाती पार उतरै। दास कबीर कह समझाए, केवल राम रहो लिव लाए। जब लग मेरी मेरी करै। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਬਰ ਛਤਰ ਦੇ ਮਾਲਕ, ਜੁਗ ਜੁਗ ਅਟਲ ਪਤਤ ਪਾਵਨ ਭਗਤ ਵਛਲ ਕਰਨਾ ਨਿਧਾਨ। ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਲਗ ਮੇਰੀ ਮੇਰੀ ਕਰੈ। ਸਾਧ ਸੰਗਤ, ਭਗਤ ਕਬੀਰ ਜੀ ਭੈਰਵ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 13 ਸ਼ਬਦਾਂ ਤੱਕ ਅਸੀਂ ਕੱਲ ਕਥਾ ਸਰਵਣ ਕੀਤੀ ਹੈ। ਇਸ ਸ਼ਬਦ ਅੰਦਰ ਭਗਤ ਜੀ ਫਰਮਾਉਂਦੇ ਨੇ ਕਿ ਇਹ ਜੀਵ ਜਿੰਨਾ ਸਮਾਂ ਸੰਸਾਰ ਵਿੱਚ ਰਹਿ ਕੇ ਹਉਮੈ ਕਰਦਾ ਹੈ, ਮੇਰ ਕਰਦਾ,
ਇਸ ਦੇ ਆਪਣੇ ਜੀਵਨ ਦਾ ਕਾਰਜ ਪੂਰਾ ਨਹੀਂ ਹੁੰਦਾ। ਔਰ ਜਦੋਂ ਇਹ ਹਉਮੈ ਮਿਟ ਜਾਂਦੀ ਹੈ, ਉਸ ਸਮੇਂ ਵਾਹਿਗੁਰੂ ਪਰਮਾਤਮਾ ਆਪ ਹੀ ਸਾਰੇ ਕਾਰਜ ਸਵਾਰ ਦਿੰਦਾ ਹੈ। ਜਬ ਲਗ ਮੇਰੀ ਮੇਰੀ ਕਰੈ, ਜਿੰਨਾ ਸਮਾਂ ਇਹ ਜੀਵ ਸੰਸਾਰ ਵਿੱਚ ਹਉਮੈ ਕਰਦਾ ਹੈ, ਮੇਰੀ ਜਰ ਹੈ, ਮੇਰੀ ਜੋਰੂ ਹੈ, ਮੇਰੀ ਜ਼ਮੀਨ ਹੈ, ਧਨ ਦਾ ਹੰਕਾਰ ਕਰਦਾ ਹੈ, ਪਰਿਵਾਰ ਦਾ ਹੰਕਾਰ ਕਰਦਾ ਹੈ, ਜ਼ਮੀਨ ਜਾਇਦਾਦ ਦਾ ਹੰਕਾਰ ਕਰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਮੇਰੀ ਮੇਰੀ ਕੈਰੋ ਕਰਤੇ ਦਰਜੋਧਨ ਸੇ ਭਾਈ, ਬਾਰਹ ਜੋਜਨ ਛਤਰ ਚੱਲੈ ਥਾ ਦੇਹੀ ਕਿਰਜਨ ਖਾਈ। ਜਿਹੜਾ ਦਰਜੋਧਨ ਸੀ, ਆਪਣੇ ਕੈਰੋਂ ਭਰਾਵਾਂ ਦੇ ਨਾਲ ਮਿਲ ਕੇ ਹੰਕਾਰ ਕਰਦਾ ਰਿਹਾ, ਪਰ ਅੰਤ ਨੂੰ ਜਦੋਂ ਪਾਂਡਵਾਂ ਦੇ ਨਾਲ ਯੁੱਧ ਹੋਇਆ ਤਾਂ ਸਾਧ ਸੰਗਤ ਜਿਹੜਾ ਉਹਨਾਂ ਦਾ ਸਰੀਰ ਸੀ, ਉਹ ਗਿਰਝਾਂ ਤੋਂ ਵੀ ਨਹੀਂ ਖਾਧਾ ਗਿਆ। ਗੁਰੂ ਪਾਤਸ਼ਾਹ ਕਹਿੰਦੇ, ਇਹ ਜੀਵ ਜਿੰਨਾ ਸਮਾਂ ਸੰਸਾਰ ਵਿੱਚ ਪਦਾਰਥਾਂ ਦੀ, ਆਪਣੇ ਗੁਣਾਂ ਦੀ, ਆਪਣੇ ਸਰੀਰ ਦੀ ਮੇਰ ਕਰਦਾ ਹੈ, ਹਉਮੈ ਕਰਦਾ ਹੈ, ਤਬ ਲਗ ਕਾਜ ਏਕ ਨਹੀਂ ਸਰੈ, ਉਹਨਾਂ ਸਮਾਂ ਇੱਕ ਵੀ ਕਾਰਜ ਨਹੀਂ ਸਰਦਾ, ਕੋਈ ਵੀ ਕੰਮ ਪੂਰਾ ਨਹੀਂ ਹੁੰਦਾ, ਜਿੰਨਾ ਸਮਾਂ ਮਨ ਵਿੱਚ ਹੰਕਾਰ ਹੈ। ਮਨ ਵਿੱਚ ਹੰਕਾਰ ਹੈ ਤੇ ਇਹ ਕਹਿ ਦਿੰਦਾ ਹੈ ਕਿ ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੈ ਪੈਰ, ਹਉ ਪੰਡਿਤ ਹਉ ਚਤੁਰ ਸਿਆਣਾ, ਕਰਨੈ ਹਾਰ ਨਾ ਬੁੱਝੈ ਬਿਗਾਨਾ। ਮੈਂ ਬੰਨ੍ਹ ਲਵਾਂਗਾ, ਮੈਂ ਆਪਣੇ ਬੈਰ ਨੂੰ ਸਾਧ ਲਵਾਂਗਾ, ਮੇਰੀ ਧਰਤੀ ਤੇ ਜ਼ਮੀਨ ਤੇ ਕੌਣ ਪੈਰ ਰੱਖ ਸਕਦਾ ਹੈ। ਮੈਂ ਬੜਾ ਹੀ ਪੰਡਿਤ ਹਾਂ, ਚਤੁਰ ਸਿਆਣਾ ਹਾਂ, ਪਰ ਮਹਾਰਾਜ ਕਹਿੰਦੇ, ਜਿਸ ਪਰਮਾਤਮਾ ਨੇ ਇਸ ਨੂੰ ਬਣਾਇਆ ਹੈ, ਉਸ ਨੂੰ ਇਹ ਜਾਣਦਾ ਹੀ ਨਹੀਂ, ਉਸ ਕਰਨਹਾਰ ਪਰਮਾਤਮਾ ਨੂੰ ਪੁੱਜਦਾ ਹੀ ਨਹੀਂ ਤੇ ਬੇਗਾਨਾ ਬਣਿਆ ਫਿਰਦਾ ਹੈ। ਇਹ ਕੈਸੀ ਹਾਲਤ ਹੈ ਕਿ ਜਿੰਨਾ ਸਮਾਂ ਜੀਵ ਮੇਰ ਕਰਦਾ ਹੈ, ਹਉਮੈ ਵਿੱਚ ਰਹਿੰਦਾ ਹੈ, ਸਾਧ ਸੰਗਤ, ਉਹਨਾਂ ਸਮਾਂ ਕੋਈ ਵੀ ਕਾਰਜ ਨਹੀਂ ਸਰਦਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਨ, ਪਹਾੜੀ ਰਾਜਿਆਂ ਨੇ ਗੁਰੂ ਪਾਤਸ਼ਾਹ ਦੇ ਨਾਲ ਜੰਗ ਕੀਤਾ। ਇੱਕ ਬਹੁਤ ਤਕੜੇ ਬਲਵਾਨ ਹਾਥੀ ਨੂੰ ਸ਼ਰਾਪ ਪਿਆ ਕਰਕੇ ਉਸ ਦੇ ਸਰੀਰ ਤੇ ਤਵੇ ਬੰਨ੍ਹ ਕਰਕੇ ਲੈ ਕੇ ਆਉਂਦਾ, ਔਰ ਲੋਹਗੜ੍ਹ ਗੁਰਦੁਆਰਾ ਸਾਹਿਬ ਜਿੱਥੇ ਬਣਿਆ, ਇਸ ਥਾਂ ਤੇ ਕਿਲ੍ਹਾ ਹੁੰਦਾ ਸੀ, ਔਰ ਇਸ ਕਿਲ੍ਹੇ ਨੂੰ ਬਹੁਤ ਵੱਡਾ ਭਾਰੀ ਦਰਵਾਜ਼ਾ ਲੱਗਿਆ ਹੋਇਆ ਸੀ। ਇਸ ਦਰਵਾਜ਼ੇ ਨੂੰ ਭੰਨਣ ਵਾਸਤੇ ਯਤਨ ਕਰਨਾ ਸੀ, ਇੰਨਾ
ਪਹਾੜੀ ਹੱਥ ਰਾਜਿਆਂ ਨੇ ਇਹ ਵਿਉਂਤ ਬਣਾਈ ਕਿ ਇਸ ਖੂਨੀ ਹਾਥੀ ਨੂੰ ਉਸ ਦਰਵਾਜ਼ੇ ਵੱਲ ਭੇਜਿਆ ਜਾਵੇਗਾ ਔਰ ਛੇਤੀ ਹੀ ਦਰਵਾਜ਼ਾ ਖੁੱਲ੍ਹ ਜਾਵੇਗਾ। ਪਰ ਦੂਜੇ ਪਾਸੇ ਗੁਰੂ ਘਰ ਦੇ ਵਿੱਚ ਭਾਈ ਦੁਨੀ ਚੰਦ ਸਾਧ ਸੰਗਤ ਬਹੁਤ ਤਕੜਾ ਬਲਵਾਨ ਯੋਧਾ, ਜਿਹੜਾ ਮੰਨਿਆ ਹੋਇਆ ਸੀ ਗੁਰਸਿੱਖਾਂ ਦੇ ਵਿੱਚ, ਕਿਉਂਕਿ ਸਰੀਰ ਪੱਖੋਂ ਵੀ ਕਾਫੀ ਲੰਮਾ ਭਾਰਾ ਜਵਾਨ ਸੀ। ਆਪਣੀ ਵਡਿਆਈ ਖੁਦ ਕਰੇ ਕਿ ਮੈਂ ਜਦੋਂ ਮੈਦਾਨੇ ਜੰਗ ਵਿੱਚ ਜਾਵਾਂਗਾ ਤੇ ਦੁਸ਼ਮਣਾਂ ਨੂੰ ਆਪਣੇ ਹੱਥਾਂ ਦੀਆਂ ਮੁੱਠੀਆਂ ਦੇ ਨਾਲ ਹੀ ਮਾਰ ਕਰਕੇ ਢੇਕ ਦਿਆ ਕਰਾਂਗਾ। ਜਿਸ ਸਮੇਂ ਪਹਾੜੀ ਰਾਜਿਆਂ ਦੀ ਇਹ ਵਿਉਂਤਤਾ ਸਤਿਗੁਰੂ ਸਾਹਿਬ ਜੀ ਨੂੰ ਇੱਕ ਸਿੱਖ ਨੇ ਪਤਾ ਦੇਣਾ ਕੀਤਾ, ਤਾਂ ਉਸ ਸਮੇਂ ਸਤਿਗੁਰਾਂ ਨੇ ਕਿਹਾ ਕਿ ਸਾਡੇ ਘਰ ਗੁਰੂ ਘਰ ਦੇ ਵਿੱਚ ਵੀ ਇੱਕ ਹਾਥੀ ਹੈ ਦੁਨੀ ਚੰਦ। ਅਸੀਂ ਆਪਣੇ ਗੁਰੂ ਘਰ ਦੇ ਹਾਥੀ ਨੂੰ ਉਸ ਖੂਨੀ ਹਾਥੀ ਦੇ ਨਾਲ ਲੜਾ ਦੇਵਾਂਗੇ। ਪਰ ਜਦੋਂ ਇਸ ਗੱਲ ਦਾ ਦੁਨੀ ਚੰਦ ਤੇ ਤਾਂ ਹੀ ਪਤਾ ਲੱਗਿਆ, ਮਨ ਵਿੱਚ ਡਰ ਪੈਦਾ ਹੋ ਗਿਆ ਕਿ ਉੱਧਰ ਇੱਕ ਖੂਨੀ ਹਾਥੀ ਹੈ ਜਿਹਨੂੰ ਸ਼ਰਾਬ ਪਿਆਈ ਹੋਈ ਹੈ, ਸਰੀਰ ਤੇ ਲੋਹਾ ਮੜਿਆ ਹੋਇਆ ਹੈ, ਤੇ ਮੈਂ ਇੱਕ ਇਨਸਾਨ ਉਸ ਦੇ ਨਾਲ ਕਿਵੇਂ ਲੜ ਸਕਦਾ। ਪਹਿਲਾਂ ਮਨ ਵਿੱਚ ਹੰਕਾਰ ਸੀ, ਪਰ ਜਦੋਂ ਸਮਾਂ ਬਣਿਆ ਡਰ ਪੈਦਾ ਹੋ ਗਿਆ। ਔਰ ਸਾਧ ਸੰਗਤ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ, ਸਤਿਗੁਰਾਂ ਨੂੰ ਸਮਝਾਓ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦੁਨੀ ਚੰਦ ਤੂੰ ਘਬਰਾ ਨਾ, ਇਹ ਕਾਰਜ ਤੇਰੇ ਰਾਹੀਂ ਗੁਰੂ ਸਾਹਿਬਾਂ ਨੇ ਆਪ ਪੂਰਾ ਕਰਨਾ ਹੈ। ਜਿਹਦੇ ਸਿਰ ਤੇ ਗੁਰੂ ਸਾਹਿਬਾਂ ਦਾ ਹੱਥ ਆ ਜੇ, ਇਹ ਇੱਕ ਹਾਥੀ ਤਾਂ ਕੀ ਭਾਵੇਂ ਕਈ ਹਾਥੀ ਆ ਜਾਣ ਇਹੋ ਜਿਹੇ, ਉਹ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਤੂੰ ਆਪਣੇ ਮਨ ਵਿੱਚ ਭਰੋਸਾ ਰੱਖ ਸਤਿਗੁਰਾਂ ਤੇ। ਪਰ ਇੱਧਰ ਸਾਧ ਸੰਗਤ ਦੁਨੀ ਚੰਦ ਐਸਾ ਘਬਰਾਇਆ, ਰਾਤ ਦੇ ਸਮੇਂ ਆਪਣੇ ਸਾਥੀਆਂ ਦੇ ਨਾਲ ਆਨੰਦਪੁਰ ਸਾਹਿਬ ਕਿਲੇ ਦੀ ਕੰਧ ਟੱਪ ਕੇ ਆਪਣੇ ਪਿੰਡ ਆ ਗਿਆ। ਕੰਧ ਟੱਪਦਿਆਂ ਲੱਤ ਟੁੱਟ ਗਈ। ਇਸ ਦੇ ਸਾਥੀਆਂ ਨੇ ਉਸ ਸਮੇਂ ਮੰਜੇ ਤੇ ਪਾ ਕਰਕੇ ਲੈ ਕੇ ਆਉਣਾ ਕੀਤਾ। ਪਰ ਉੱਧਰ ਜਦੋਂ ਘਰ ਆਇਆ ਤੇ ਜਿਹੜੇ ਮਾਝੇ ਦੇ ਸਿੱਖ ਸਨ, ਉਹਨਾਂ ਨੇ ਇਸ ਨੂੰ ਲਾਹਨਤਾਂ ਪਾਉਣਾ ਕੀਤੀਆਂ ਕਿ ਤੂੰ ਗੁਰੂ ਨੂੰ ਪਿੱਠ ਦੇ ਕੇ ਆਇਆ, ਗੁਰੂ ਘਰ ਦਾ ਖਾ ਕਰਕੇ ਹਰਾਮ ਕੀਤਾ ਹੈ। ਸਤਿਗੁਰੂ ਮਹਾਰਾਜ ਇੱਥੇ ਦੱਸਦੇ ਨੇ, ਜਿੰਨਾ ਸਮਾਂ ਜੀਵ ਮਿਹਰ ਕਰਦਾ ਕਿ ਮੈਂ ਇਹ ਕੰਮ ਕਰ ਲਵਾਂਗਾ, ਸਵਾਰ ਲਵਾਂਗਾ, ਮੇਰੇ ਵਿੱਚ ਇੰਨਾ ਜ਼ੋਰ ਹੈ, ਉਹਨਾਂ ਸਮਾਂ ਮਹਾਰਾਜ ਕਹਿੰਦੇ ਭਾਈ ਇੱਕ ਵੀ ਸੰਸਾਰ ਦੇ ਵਿੱਚ ਕਿਸੇ ਜੀਵ ਦਾ ਕਾਰਜ ਨਹੀਂ ਪੂਰਾ ਹੁੰਦਾ, ਸਵਾਰਿਆ ਨਹੀਂ ਜਾਂਦਾ। ਭਾਵੇਂ ਉਹ ਜੀਵਨ ਦਾ ਕਾਰਜ ਹੈ ਕਿ ਇਸ ਜੀਵ ਨੇ ਪਰਮਾਤਮਾ ਦੇ ਨਾਲ ਮਿਲਣਾ, ਤੇ ਭਾਵੇਂ ਦੁਨਿਆਵੀ ਕਾਰਜ ਹਨ, ਸਭ ਮੇਰੀ ਮੇਰੀ ਮਿਟ ਜਾਏ। ਜਿਸ ਸਮੇਂ ਇਹ ਅੰਦਰੋਂ ਮੇਰ ਮਿਟ ਜਾਵੇ, ਇਹ ਕਹਿਣਾ ਕਿ ਮੇਰਾ ਤਨ ਹੈ, ਮੇਰਾ ਧਨ ਹੈ, ਮੇਰੇ ਪਰਿਵਾਰ ਨੇ, ਇਹ ਜਿਹੜੀ ਹਉਮੈ ਕਰਨੀ ਹੈ ਜਦੋਂ ਮਿਟ ਜਾਵੇ, ਅੰਦਰੋਂ ਖਤਮ ਹੋ ਜਾਵੇ, ਪ੍ਰਭ ਕਾਰਜ ਸਵਾਰਹਿ ਆਏ। ਤਦੋਂ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਆ ਕਰਕੇ ਜੀਵ ਦਾ ਸਾਰਾ ਕਾਰਜ ਸਵਾਰ ਦਿੰਦਾ ਹੈ। ਦੇਖੋ ਸਾਧ ਸੰਗਤ, ਦੂਜੇ ਪਾਸੇ ਗੁਰੂ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ
ਜਿਨ੍ਹਾਂ ਦਾ ਸਰੀਰ ਵੀ ਬਹੁਤਾ ਬਲਵਾਨ ਨਹੀਂ ਸੀ, ਔਰ ਇਤਿਹਾਸ ਕਹਿੰਦਾ ਹੈ ਕਿ ਕੱਦ ਵੀ ਮਧਰਾ ਸੀ, ਬਹੁਤਾ ਲੰਮਾ ਕੱਦ ਨਹੀਂ ਸੀ। ਪਰ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਦਾ ਨਿਤਨੇਮ ਕਰਨਾ, ਅਭਿਆਸ ਕਰਨਾ, ਜਦੋਂ ਸਤਿਗੁਰਾਂ ਨੇ ਬਚਨ ਕੀਤਾ ਕਿ ਹੁਣ ਸਾਡੇ ਕੋਲ ਸ਼ੇਰ ਹੈ ਬਚਿੱਤਰ ਸਿੰਘ, ਔਰ ਅਸੀਂ ਆਪਣੇ ਸ਼ੇਰ ਦਾ ਹਾਥੀ ਨਾਲ ਮੁਕਾਬਲਾ ਕਰਾਵਾਂਗੇ, ਤੇ ਭਾਈ ਬਚਿੱਤਰ ਸਿੰਘ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਔਰ ਭਰੋਸਾ ਰੱਖਿਆ, ਔਰ ਹਾਥੀ ਨਾਲ ਮੁਕਾਬਲਾ ਕੀਤਾ। ਨਾਗਣੀ ਹਾਥੀ ਦੇ ਮੱਥੇ ਵਿੱਚ ਦੀ ਲੰਘਾ ਦਿੱਤੀ, ਔਰ ਉਹ ਨਾਗਣੀ ਹੁਣ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਈ ਹੈ, ਜਿਸ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦੇ ਨਾਲ ਮੁਕਾਬਲਾ ਕੀਤਾ ਸੀ। ਜਿਹਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ, ਪ੍ਰਭੂ ਪਰਮਾਤਮਾ ਉਹਦੇ ਸਾਰੇ ਹੀ ਕਾਰਜ ਸਵਾਰ ਦਿੰਦਾ ਹੈ। ਭਗਤ ਨਾਮਦੇਵ ਜੀ, ਜਿਸ ਦੇ ਤਾਈਂ ਰਾਜੇ ਨੇ ਕਿਹਾ ਕਿ ਤੁਸੀਂ ਗਊ ਜਿਉਂਦੀ ਕਰੋ, ਭਗਤ ਜੀ ਕਹਿੰਦੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਰਾਜਨ, ਮੇਰਾ ਕੀਤਾ ਕੁਝ ਨਹੀਂ ਹੁੰਦਾ, ਜੋ ਰਾਮ ਪਰਮਾਤਮਾ ਕਰਦਾ ਹੈ ਉਹੀ ਹੋ ਰਿਹਾ। ਤਾਂ ਉਸ ਸਮੇਂ ਸਾਧ ਸੰਗਤ ਰਾਜੇ ਨੇ ਫਿਰ ਧੱਕਾ ਕੀਤਾ, ਭਗਤ ਜੀ ਨੂੰ ਬੰਨ੍ਹ ਕੇ ਰੱਖਿਆ ਔਰ ਸਮਾਂ ਦੇ ਦਿੱਤਾ ਕਿ ਜੇ ਤੁਸੀਂ ਇੰਨੇ ਸਮੇਂ ਵਿੱਚ ਗਊ ਜਿਉਂਦੀ ਨਾ ਕੀਤੀ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਲਿਖਦੇ ਨੇ, ਸਾਤ ਘੜੀ ਜਾ ਬੀਤੀ ਸੁਣੀ, ਅਜੋ ਨ ਆਈ ਤ੍ਰਿਭਵਨ ਧਣੀ, ਪਾਖੰਤਨ ਬਾਜ ਬਜਾਏ ਲਾ, ਗਰੜ ਚੜ੍ਹੇ ਗੋਬਿੰਦ ਆਏ ਲਾ। ਗਰੜ ਪੰਛੀ ਤੇ ਚੜ੍ਹ ਕੇ ਗੋਬਿੰਦ ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ ਆ ਕੇ, ਔਰ ਕਿਹਾ ਨਾਮਦੇਵ ਦੱਸ, ਕਹੋ ਤਾਂ ਧਰਨ ਇਕੋਡੀ ਕਰੋ, ਕਹੋ ਤਾਂ ਲੈ ਕਰ ਉੱਪਰ ਧਰੋ। ਤਾਂ ਉਸ ਸਮੇਂ ਬਚਨ ਕੀਤਾ ਕਿ ਦੱਸ ਸਾਨੂੰ ਇਹ ਸਾਰੀ ਹੀ ਧਰਤੀ ਉਲਟੀ ਕਰ ਦਈਏ, ਸਾਰੇ ਹੀ ਜਿੰਨੇ ਸੰਸਾਰ ਦੇ ਜੀਵ ਨੇ ਹੁਣੇ ਹੀ ਇਹਨਾਂ ਨੂੰ ਖਤਮ ਕਰ ਦਿੰਦੇ, ਸਾਰਿਆਂ ਦੇ ਜੀਵਨ ਰੋਕ ਦਿੰਦੇ। ਕਹੋ ਤਾਂ ਮੋਈ ਗਊ ਦੀ ਦਿਓ ਜੀ ਆਏ। ਤਾਂ ਉਸ ਸਮੇਂ ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ, ਆਹ ਗਊ ਜਿਹੜੀ ਹੈ ਨਾ, ਇਸ ਨੂੰ ਜਿਉਂਦੀ ਕਰ ਦਿਓ, ਕਿਉਂ ਇਹਦਾ ਜਿਹੜਾ ਬੱਚਾ ਹੈ ਉਹ ਭੁੱਖਾ ਹੈ ਔਰ ਉਸਨੇ ਦੁੱਧ ਨਹੀਂ ਪੀਤਾ, ਇਸ ਗਊ ਦੇ ਤਾਈਂ ਜਿਉਂਦੀ ਕਰ ਦਿਓ। ਤਾਂ ਵਾਹਿਗੁਰੂ ਪਰਮਾਤਮਾ ਨੇ ਐਸੀ ਕਲਾ ਦਿਖਾਈ, ਉਹ ਗਊ ਜਿਉਂਦੀ ਹੋ ਗਈ। ਸਾਧ ਸਾਰੇ ਦੇਖ ਕੇ ਹੈਰਾਨ ਹੋ ਗਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਿਵੇਂ ਭਗਤ ਨਾਮਦੇਵ ਜੀ ਦਾ ਦੇਹੁਰਾ ਫੇਰ ਦਿੱਤਾ, ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਭਗਤ ਇਸ ਤਰ੍ਹਾਂ ਹੀ ਸਾਧ ਸੰਗਤ ਧੰਨਾ ਜੀ ਦੀਆਂ ਗਊਆਂ ਚਾਰੀਆਂ, ਉਹਨਾਂ ਦੇ ਅੰਦਰ ਹਉਮੈ ਨਹੀਂ ਸੀ, ਔਰ ਜਿਹਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ, ਵਾਹਿਗੁਰੂ ਪਰਮਾਤਮਾ ਉਹਨਾਂ ਦੇ ਸਾਰੇ ਹੀ ਕਾਰਜ ਸਵਾਰ ਦਿੰਦਾ ਹੈ। ਇਹ ਹਉਮੈ ਹੀ ਸਭ ਤੋਂ ਵੱਡਾ ਰੋਗ ਹੈ, ਹਉਮੈ ਹੀ ਸਭ ਤੋਂ ਵੱਡੀ ਕੰਧ ਹੈ। ਪਰਮਾਤਮਾ ਦੇ ਵਿਚਕਾਰ ਜੀਵ ਨੂੰ ਇਹ ਮਿਲਣ ਨਹੀਂ ਦਿੰਦੀ। ਸਤਿਗੁਰੂ ਇਸ ਵਾਸਤੇ ਬਚਨ ਕਰਦੇ ਨੇ ਨਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਥਾਈ। ਇਹ ਭਾਈ, ਹਉਮੈ ਤੇ ਨਾਮ ਦਾ ਵਿਰੋਧ ਹੈ, ਦੋਹੇ ਇੱਕ ਥਾਂ 'ਤੇ ਵਸ ਨਹੀਂ ਸਕਦੇ। ਜਿਵੇਂ ਇੱਕ ਮਿਆਨ ਦੇ ਵਿੱਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ, ਇਸ ਤਰ੍ਹਾਂ ਜਿਸ ਹਿਰਦੇ ਵਿੱਚ ਹਉਮੈ ਹੋਵੇਗੀ ਉੱਥੇ ਨਾਮ ਨਹੀਂ ਆ ਕੇ ਟਿਕੇਗਾ। ਜਿੱਥੇ ਨਾਮ ਆ ਕੇ ਟਿਕ ਗਿਆ ਉੱਥੇ ਹਉਮੈ ਨਹੀਂ ਰਹੇਗੀ।
ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕ ਠਾਈ। ਹਉਮੈ ਵਿੱਚ ਸੇਵਾ ਨਾ ਹੋਵਈ, ਤਾ ਮਨ ਬਿਰਥਾ ਜਾਈ। ਹਉਮੈ ਵਿੱਚ ਸੇਵਾ ਵੀ ਸਫਲ ਨਹੀਂ ਹੁੰਦੀ ਔਰ ਮਨ ਜੋ ਕੁਝ ਕਰਦਾ ਹੈ ਵਿਅਰਥ ਚਲਿਆ ਜਾਂਦਾ ਹੈ। ਹਉਮੈ ਹੋ ਗਈ। ਹਉਮੈ ਕਰਕੇ ਜੀਵ ਇਹੀ ਹੈ ਨਾ ਕਿ ਕਹਿੰਦਾ ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਪਾਠ ਕੀਤਾ, ਮੈਂ ਇੰਨਾ ਪੁੰਨ ਦਾਨ ਕੀਤਾ, ਮੈਂ ਇੰਨਾ ਜਪ ਤਪ, ਉੱਥੇ ਹਉਮੈ ਆ ਜਾਂਦੀ ਹੈ। ਤੇ ਸਾਧ ਸੰਗਤ ਹਉਮੈ ਦੇ ਵਿੱਚ ਜੀਵ ਦਾ ਕੀਤਾ ਹੋਇਆ ਨਿਸਫਲ ਹੋ ਜਾਂਦਾ ਹੈ। ਉਹ ਕਿਸੇ ਅਰਥ ਨਹੀਂ ਰਹਿੰਦਾ। ਜਿਵੇਂ ਧਰਤੀ ਵਿੱਚ ਬੀਜ ਬੀਜਦੇ ਹਾਂ, ਜਿਹੜਾ ਬੀਜ ਤਾਂ ਧਰਤੀ ਦੀ ਤਹਿ ਦੇ ਵਿੱਚ ਹੋਵੇ, ਲੁਕਿਆ ਹੋਵੇ ਧਰਤੀ ਦੇ ਵਿੱਚ, ਉਹ ਦਿਸਦਾ ਨਹੀਂ ਉੱਪਰੋਂ ਕਿ ਇੱਥੇ ਬੀਜ ਬੀਜਿਆ ਹੋਇਆ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਉਹਦੀ ਜੜ ਧਰਤੀ ਵਿੱਚ ਲੱਗ ਜਾਂਦੀ ਹੈ ਔਰ ਉਹ ਪੁਗਰ ਕਰਕੇ ਫਿਰ ਹੌਲੀ ਹੌਲੀ ਪਲ ਕਰਕੇ ਫਲ ਤੱਕ ਪਹੁੰਚ ਜਾਂਦਾ ਹੈ। ਪਰ ਜਿਹੜਾ ਬੀਜ ਧਰਤੀ ਦੀ ਤਹਿ ਤੋਂ ਉੱਪਰ ਆ ਜਾਵੇ, ਦਿਸਦਾ ਰਹੇ ਕਿ ਇੱਥੇ ਬੀਜ ਪਿਆ ਹੈ, ਉਹਨੂੰ ਜਾਂ ਤਾਂ ਜਾਨਵਰ ਚੱਕ ਲੈਂਦੇ ਨੇ, ਪੰਛੀ ਚੁਗ ਲੈਂਦੇ ਨੇ, ਤੇ ਜਾਂ ਸਾਧ ਸੰਗਤ ਉਹ ਮੌਸਮ ਦੇ ਨਾਲ ਐਸਾ ਪ੍ਰਭਾਵਿਤ ਹੁੰਦਾ ਕਿ ਪੁਗਰ ਨਹੀਂ ਸਕਦਾ ਚੰਗੀ ਤਰ੍ਹਾਂ, ਉਹਦੀ ਜੜ ਨਹੀਂ ਲੱਗਦੀ ਧਰਤੀ ਦੇ ਵਿੱਚ। ਇਸ ਤਰ੍ਹਾਂ ਜਿਹੜੇ ਅਸੀਂ ਕਰਮ ਸੰਸਾਰੀ ਲੋਕਾਂ ਦੇ ਤਾਂ ਹੀ ਦੱਸ ਦਿੰਦੇ ਹਾਂ ਕਿ ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਇੰਨੇ ਵਜੇ ਅੰਮ੍ਰਿਤ ਵੇਲੇ ਉੱਠਦਾ, ਮੈਂ ਇੰਨਾ ਨਾਮ ਜਪਦਾ, ਪੁਕਾਰ ਪੁਕਾਰ ਕੇ ਦੱਸਣਾ, ਆਪਣੇ ਆਪ ਨੂੰ ਜਨਾਉਣ ਵਾਸਤੇ ਦੱਸਣਾ, ਉਹ ਕੀਤੇ ਹੋਏ ਕਰਮ ਸਾਧ ਸੰਗਤ ਫਲ ਨਹੀਂ ਦਿੰਦੇ। ਫਿਰ ਜਾਂ ਤਾਂ ਜੀਵ ਵਿਕਾਰੀ ਹੋ ਜਾਂਦਾ ਹੈ, ਸੋ ਪਰਮਾਤਮਾ ਹੀ ਰੱਖਿਆ ਕਰੇ। ਗੁਰੂ ਪਾਤਸ਼ਾਹ ਕਹਿੰਦੇ, ਹੇ ਮਨ, ਤੂੰ ਜੇ ਹਉਮੈ ਵਿੱਚ ਸੇਵਾ ਕਰੇਗਾ ਤਾਂ ਜਿਹੜੀ ਸੇਵਾ ਕੀਤੀ ਸਫਲ ਹੀ ਨਹੀਂ ਹੋਵੇਗੀ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਪਰਮਾਤਮਾ ਨੂੰ ਚੇਤੇ ਕਰ, ਗੁਰੂ ਦੇ ਸ਼ਬਦ ਦੀ ਕਮਾਈ ਕਰ। ਔਰ ਜਦੋਂ ਹੁਕਮ ਮੰਨਹਿ ਤਾਂ ਹਰ ਮਿਲੈ, ਤਾਂ ਹਉਮੈ ਵਿੱਚ ਹੋ ਜਾਏ। ਹੁਕਮ ਮੰਨਣਾ ਆਰੰਭ ਕਰ ਦੇ। ਜਿੱਥੇ ਹੁਕਮ ਦੀ ਗੱਲ ਆਉਂਦੀ ਹੈ ਸਾਧ ਸੰਗਤ, ਦੇਖੋ ਇੱਕ ਨੌਕਰ ਹੁੰਦਾ, ਉਹ ਆਪਣੇ ਮਾਲਕ ਦਾ ਹੁਕਮ ਮੰਨਦਾ ਨਾ, ਤੇ ਜੇ ਮਾਲਕ ਦੇ ਸਾਹਮਣੇ ਮੂਹਰੇ ਬੋਲਣ ਲੱਗ ਜਾਵੇ ਤੇ ਹੁਕਮ ਨਾ ਮੰਨੇ, ਫਿਰ ਉਹਨੂੰ ਆਪਣੇ ਮਾਲਕ ਤੋਂ ਪੂਰੀ ਦਿਹਾੜੀ ਪ੍ਰਾਪਤ ਨਹੀਂ ਆਉਂਦੀ, ਉਹਨੂੰ ਮਾਲਕ ਦੀ ਖੁਸ਼ੀ ਨਹੀਂ ਮਿਲਦੀ। ਔਰ ਜਿਹੜਾ ਨੌਕਰ ਮਾਲਕ ਦੇ ਹੁਕਮ ਵਿੱਚ ਚੱਲੇ, ਉਹ ਉਸ ਤੋਂ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ ਹੈ। ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਹੇ ਜੀਵ, ਜੇ ਤੂੰ ਉਹਦਾ ਹੁਕਮ ਮੰਨੇ ਤਾਂ ਸਾਰੀਆਂ ਹੀ ਬਖਸ਼ਿਸ਼ਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਹੁਕਮ ਮੰਨ ਉਸ ਦਾ, ਹੁਕਮ ਮੰਨਿਆ ਹੋਵੇ ਪ੍ਰਵਾਨ ਹੋ ਜਾਵੇਗਾ। ਵਾਹਿਗੁਰੂ ਦੇ ਦਰ 'ਤੇ ਸਫਲ ਹੋ ਜਾਵੇਗਾ। ਭਗਤ ਕਬੀਰ ਜੀ ਨੇ ਇਸ ਵਾਸਤੇ ਬਚਨ ਕੀਤਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਕਰਦਿਆਂ ਭਗਤ ਜੀ ਕਹਿੰਦੇ ਅਸੀਂ ਪਰਮਾਤਮਾ ਦਾ ਹੀ ਰੂਪ ਹੋ ਗਏ, ਉਸ ਵਿੱਚ ਹੀ ਮਿਲ ਗਏ। ਇੱਥੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਭਾਈ ਜਿੰਨਾ ਸਮਾਂ ਜੀਵ ਮੇਰ ਕਰਦਾ ਹੈ, ਹਉਮੈ ਕਰਦਾ ਹੈ ਆਪਣੇ ਜੀਵਨ ਦੇ ਅੰਦਰ, ਇਹਦੇ ਸਾਰੇ ਹੀ ਕਾਰਜ ਅਧੂਰੇ ਹੋ ਜਾਂਦੇ ਨੇ, ਸਫਲ ਨਹੀਂ ਹੁੰਦੇ। ਤੇ ਜਦੋਂ ਇਹ ਹਉਮੈ ਮਿਟ ਜਾਂਦੀ ਹੈ, ਪਰਮਾਤਮਾ ਵਾਹਿਗੁਰੂ ਆਪ ਆ ਕਰਕੇ ਇਹਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਤੇ ਭਗਤ ਜੀ ਨੇ ਬਚਨ ਵੀ ਕੀਤਾ, ਨਾ ਹਮ ਕੀਆ ਨਾ ਕਰਹਿ ਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ।
ਭਗਤ ਜੀ ਦੀ ਵਡਿਆਈ ਚਾਰੇ ਪਾਸੇ ਫੈਲ ਗਈ ਤਾਂ ਉਸ ਸਮੇਂ ਭਗਤ ਜੀ ਨੇ ਬਚਨ ਕੀਤਾ, ਮੈਂ ਇਹ ਕੁਝ ਨਹੀਂ ਕਰਨ ਵਾਲਾ ਸੀ। ਪਰਮਾਤਮਾ ਨੇ ਆਪਣੇ ਬਿਰਦ ਨੂੰ ਪਾਲਿਆ ਹੈ, ਆਪ ਭਗਤਾਂ ਦੀ ਪ੍ਰਤਪਾਲਨਾ ਕਰਦਾ, ਰੱਖਿਆ ਕਰਦਾ। ਮੈਂ ਉਹਦੀ ਭਗਤੀ ਕਰਦਾ ਹਾਂ ਅਤੇ ਵਾਹਿਗੁਰੂ ਨੇ ਆਪਣਾ ਬਿਰਦ ਸੰਭਾਲ ਕੇ ਮੇਰੀ ਪ੍ਰਤਪਾਲਨਾ ਕੀਤੀ ਹੈ, ਰੱਖਿਆ ਕੀਤੀ ਹੈ, ਬਦਨਾਮੀ ਨਹੀਂ ਹੋਣ ਦਿੱਤੀ। ਇਸ ਲਈ ਕਿਆ ਜਾਣੋ ਕਿਛ ਹਰਿ ਕੀਆ, ਕੀ ਜਾਣੀਏ ਵੀ ਪਰਮਾਤਮਾ ਨੇ ਕੀਤਾ ਸਭ ਕੁਝ, ਉਹਨੇ ਕਿਉਂ ਕੀਤਾ। ਭਇਓ ਕਬੀਰ, ਕਬੀਰ ਸਭ ਪਾਸੇ ਨਾਮ ਹੀ ਉਸਦਾ ਹੀ ਫੈਲ ਗਿਆ ਨਾ, ਕਿਉਂਕਿ ਕਬੀਰ ਸ਼ਬਦ ਫਾਰਸੀ ਵਿੱਚ ਵੱਡੇ ਨੂੰ ਆਖਦੇ ਨੇ ਅਤੇ ਵੱਡਾ ਪਰਮਾਤਮਾ ਹੀ ਹੈ। ਅਤੇ ਭਗਤ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਹੀ ਸਾਰੇ ਲੈ ਰਹੇ ਨੇ ਨਾ। ਇਸ ਤਰ੍ਹਾਂ ਸਾਧ ਸੰਗਤ ਭਗਤ ਜੋ ਹਨ ਉਹ ਹੰਕਾਰ ਨਹੀਂ ਕਰਦੇ, ਆਪਾ ਭਾਵ ਜਨਾਉਂਦੇ ਨਹੀਂ ਹਨ। ਮਹਾਰਾਜ ਕਹਿੰਦੇ ਜਦੋਂ ਭਾਈ ਤੇਰੇ ਅੰਦਰੋਂ ਹਉਮੈ ਮਿਟ ਜਾਵੇਗੀ ਤਾਂ ਉਸ ਸਮੇਂ ਪ੍ਰਭੂ ਪਰਮਾਤਮਾ ਤੇਰੇ ਸਾਰੇ ਜੀਵਨ ਦੇ ਆਪ ਹੀ ਕਾਰਜ ਆ ਕੇ ਸਵਾਰ ਦੇਵੇਗਾ। ਐਸਾ ਗਿਆਨ ਵਿਚਾਰ ਮਨਾ। ਹੇ ਮੇਰੇ ਮਨਾ, ਇਹੋ ਜਿਹਾ ਜਿਹੜਾ ਗਿਆਨ ਹੈ ਨਾ ਉਹਦੀ ਵਿਚਾਰ ਕਰ ਕਿ ਜਿੰਨਾ ਸਮਾਂ ਜੀਵ ਹੰਕਾਰ ਕਰਦਾ, ਜੀਵ ਦੇ ਸਾਰੇ ਹੀ ਕਾਰਜ ਪੂਰੇ ਅਧੂਰੇ ਰਹਿ ਜਾਂਦੇ ਨੇ। ਕੋਈ ਵੀ ਕਾਰਜ ਪੂਰਾ ਨਹੀਂ ਹੁੰਦਾ, ਕਿਉਂਕਿ ਜਿਹੜੀ ਹਉਮੈ ਹੈ ਸਾਧ ਸੰਗਤ, ਇਹ ਓਨਾ ਸਮਾਂ ਜੀਵ ਦੀ ਹੋਂਦ ਕਾਇਮ ਰੱਖਦੀ ਹੈ, ਪਰਮਾਤਮਾ ਨੂੰ ਇਹਦੇ ਅੰਦਰ ਟਿਕਣ ਨਹੀਂ ਦਿੰਦੀ। ਜਿਹੜੀ ਲੇਸ ਮਾਤਰ ਹਉਮੈ ਹੈ ਨਾ, ਥੋੜ੍ਹੀ ਜਿੰਨੀ ਹਉਮੈ ਵੀ ਉਹ ਪਰਮਾਤਮਾ ਤੋਂ ਵਿੱਥ ਪਾ ਕੇ ਰੱਖਦੀ ਹੈ। ਜਿਹੜੀ ਵਾਹਿਗੁਰੂ ਤੋਂ ਵਿੱਥ ਹੈ ਉਹੀ ਸਾਧ ਸੰਗਤ ਹਉਮੈ ਦਾ ਕਾਰਨ ਹੈ। ਜੀਵ ਭੁੱਲਿਆ ਹੋਇਆ ਹੈ ਵਾਹਿਗੁਰੂ ਤੋਂ, ਔਰ ਮਹਾਰਾਜ ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਇਹ ਸਾਰਾ ਕੁਝ ਹਉਮੈ ਵਿੱਚ ਹੀ ਹੈ ਨਾ। ਜੀਵ ਹਉਮੈ ਕਰਦਾ ਹੈ, ਔਰ ਹਉਮੈ ਕਰਕੇ ਜਿਹੜੀ ਇਹਦੇ ਅੰਦਰ ਬਿਰਤੀ ਪੈਦਾ ਹੁੰਦੀ ਹੈ ਮੇਰ ਦੀ। ਪਹਿਲਾਂ ਮੈਂ ਹੈ, ਜਿੱਥੇ ਮੈਂ ਹਾਂ ਉੱਥੇ ਨਾਲ ਮੇਰਾ ਹੈ, ਇਹ ਧਨ ਮੇਰਾ, ਇਹ ਘਰ ਮੇਰਾ, ਇਹ ਜ਼ਮੀਨ ਮੇਰੀ, ਇਹ ਸੰਸਾਰ ਮੇਰਾ। ਤਾਂ ਇਸ ਤਰ੍ਹਾਂ ਉਹ ਜਿਹੜੀ ਮੇਰ ਹੈ ਅੱਗੇ ਵਿਕਾਰ ਪੈਦਾ ਕਰਦੀ ਹੈ। ਜੇ ਉਸ ਮੇਰ ਦੇ ਤਾਈਂ ਸਾਧ ਸੰਗਤ ਕੋਈ ਦੁੱਖ ਦਿੰਦਾ ਹੈ, ਕੋਈ ਨੁਕਸਾਨ ਪਹੁੰਚਾਉਂਦਾ ਤੇ ਉੱਥੇ ਕ੍ਰੋਧ ਆ ਜਾਂਦਾ ਹੈ। ਇਸ ਤਰ੍ਹਾਂ ਹੀ ਉਸ ਮੇਰ ਦੇ ਵਿੱਚ ਅੱਗੇ ਹੋਰ ਲਾਲਚ ਵੱਧ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਗਿਆਨ ਹੈ ਨਾ, ਵਿਚਾਰਨਾ ਕਰ ਸ਼ਬਦ ਨਾਲ ਜੁੜ ਕੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹੈ ਤਾਂ ਸਭ ਤੋਂ ਵੱਡਾ ਰੋਗ ਹਉਮੈ, ਪਰ ਮਹਾਰਾਜ ਕਹਿੰਦੇ ਪਰਮਾਤਮਾ ਵਾਹਿਗੁਰੂ ਨੇ ਇਹਦੇ ਵਿੱਚ ਹੀ ਦਾਰੂ ਰੱਖੀ ਹੋਈ ਹੈ। ਦਾਰੂ ਰੱਖੀ ਹੋਈ ਹੈ ਕਿ ਜੀਵ ਜੇ ਮੈਂ ਤੋਂ ਤੂੰ ਸਮਝ ਲਵੇ। ਕਿੱਥੇ ਤਾਂ ਇਹ ਕਹਿਣਾ ਹੈ ਕਿ ਮੈਂ ਹਾਂ, ਅਤੇ ਕਿੱਥੇ ਸਮਝ ਲਵੇ ਵੀ ਇਹ ਪਰਮਾਤਮਾ ਸਭ ਕੁਝ ਤੇਰਾ ਹੀ ਹੈ। ਬਸ ਜੇ ਮੈਂ ਕਹਿ ਲਿਆ ਤੇ ਸਭ ਕੁਝ ਆਪਣੇ ਸਿਰ 'ਤੇ ਲੱਦੀ ਜਾਂਦਾ, ਸਾਰੀਆਂ ਜ਼ਿੰਮੇਵਾਰੀਆਂ, ਸਾਰੀਆਂ ਚਿੰਤਾਵਾਂ ਆਪਣੇ ਸਿਰ 'ਤੇ ਲਈ ਜਾਂਦਾ ਇੱਕ ਮੈਂ ਕਰਕੇ। ਅਤੇ ਜੇ ਤੇਰਾ ਕਹਿ ਦੇ ਪਰਮਾਤਮਾ ਤੂੰ ਹੀ ਹੈ ਸਭ ਕੁਝ ਕਰਨ ਵਾਲਾ, ਅਤੇ ਸਾਰਾ ਕੁਝ ਹੀ ਪਰਮਾਤਮਾ 'ਤੇ ਆ ਜਾਂਦਾ ਵੀ ਉਹੀ ਕਰੇਗਾ, ਉਹਨੇ ਹੀ ਕੀਤਾ। ਕਿੱਥੇ ਤਾਂ ਬੰਦਾ ਕਹਿੰਦਾ ਨਾ ਵੀ ਜੋ ਮੈਂ ਕੀਤਾ ਬਸ ਮੇਰੇ ਕਰਕੇ ਹੋਇਆ, ਉੱਥੇ ਦੁੱਖ ਵੀ ਅਤੇ ਸੁੱਖ ਸਾਰੇ ਇਹਨੂੰ ਆ ਕੇ ਚੁੰਬੜ ਜਾਂਦੇ ਨੇ। ਅਤੇ ਕਿੱਥੇ ਇਹ ਕਵੇ ਕਿ ਹੇ ਪ੍ਰਭੂ ਪਰਮਾਤਮਾ ਸਭ ਕੁਝ ਤੂੰ ਹੀ ਕਰਨ ਵਾਲਾ ਹੈ, ਤੂੰ ਹੀ ਪਹਿਲਾਂ ਕੀਤਾ ਜੋ ਹੋਇਆ,
ਹੁਣ ਵੀ ਜੋ ਅੱਗੇ ਕਰੇਗਾ ਤੂੰ ਹੀ ਕਰੇਗਾ, ਤੇ ਉਹ ਸਭ ਕੁਝ ਪਰਮਾਤਮਾ ਤੇ ਆ ਗਿਆ। ਗੁਰੂ ਪਾਤਸ਼ਾਹ ਨੇ ਸਾਨੂੰ ਵਾਰ-ਵਾਰ ਬਹੁਤ ਜ਼ਿਆਦਾ ਉਦਾਹਰਨਾਂ ਦੇ ਕੇ ਸਮਝਾਇਆ ਹੋਇਆ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਖੇਤ ਖਸਮ ਕਾ ਰਾਖਾ ਉਠ ਜਾਏ, ਉਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਛੂ ਨਾ ਪੜੈ। ਇੱਕ ਖੇਤ ਹੁੰਦਾ ਜੋ ਰਾਖਾ ਖੇਤ ਉੱਪਰ ਪਰਾਈ, ਕਿਸੇ ਖੇਤ ਦੀ ਰਾਖੀ ਇੱਕ ਰਾਖਾ ਕਰਦਾ ਹੈ, ਚੌਕੀਦਾਰੀ ਕਰਦਾ ਹੈ, ਤੇ ਉੱਥੇ ਸਾਧ ਸੰਗਤ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਬਣ ਜਾਵੇ ਤਾਂ ਉਸ ਲੜਾਈ ਝਗੜੇ ਵਿੱਚੋਂ ਉਸ ਰਾਖੀ ਕਰਨ ਵਾਲੇ ਨੂੰ ਦੁੱਖ ਪਹੁੰਚਦਾ ਹੈ, ਮੁਸ਼ਕਲ ਆਉਂਦੀ ਹੈ, ਉਹਨੂੰ ਲੜਨਾ ਪੈਂਦਾ ਹੈ। ਉਸ ਖੇਤ ਕਾਰਨ ਰਾਖਾ ਕੜੈ, ਉਸ ਕੈ ਪਾਲੈ ਕਛੂ ਨਾ ਪੜੈ। ਪਰ ਮਹਾਰਾਜ ਕਹਿੰਦੇ ਉਹ ਕਿਸੇ ਨਾਲ ਉਸ ਖੇਤ ਵਾਸਤੇ ਲੜਦਾ ਹੈ, ਟੱਕਰਦਾ ਹੈ, ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਵੀ ਉਹਨੇ ਰਾਖੀ ਕਰਨੀ ਹੈ, ਪਰ ਉਹ ਖੇਤ ਉਸ ਦਾ ਨਹੀਂ ਹੋ ਜਾਂਦਾ। ਖੇਤ ਖਸਮ ਕਾ ਰਾਖਾ ਉੱਠ ਜਾਏ, ਉਹ ਰਾਖਾ ਆਪਣੇ ਘਰ ਚਲਿਆ ਜਾਂਦਾ ਹੈ, ਉਹਨੂੰ ਤਕਰੀਬਨ ਰਾਖੀ ਕਰਨ ਦੀ ਮਜ਼ਦੂਰੀ ਮਿਲਦੀ ਹੈ ਵੀ ਲੈ ਇੰਨੀ ਤੂੰ ਮਜ਼ਦੂਰੀ ਲੈ ਲੈ, ਰਾਖੀ ਕੀਤੀ ਹੈ। ਉਸ ਖੇਤ ਕਾਰਨ ਰਾਖਾ ਕੜੈ, ਤਿਸ ਕੈ ਪਾਲੈ ਕਛੂ ਨਾ ਪੜੈ। ਪਰ ਮਹਾਰਾਜ ਕਹਿੰਦੇ ਉਹਦੇ ਪੱਲੇ ਕੁਝ ਨਹੀਂ ਪੈਂਦਾ। ਇਸ ਤਰ੍ਹਾਂ ਹੀ ਇਹ ਜਿਹੜਾ ਜੀਵ ਹੈ ਇਹ ਸੰਸਾਰ ਵਿੱਚ ਆਇਆ ਹੋਇਆ ਹੈ, ਤੇ ਇਹ ਸੰਸਾਰ ਹੈ ਤਾਂ ਪਰਮਾਤਮਾ ਦਾ ਹੀ, ਪਰ ਵਾਹਿਗੁਰੂ ਨੇ ਇਹਨੂੰ ਕੁਝ ਕੁ ਸਮਾਂ ਦੇ ਦਿੱਤਾ, ਉਮਰ ਦੇ ਦਿੱਤੀ ਵੀ ਚੱਲ ਤੈਨੂੰ ਇੰਨੀ ਉਮਰ ਇਸ ਥਾਂ ਤੇ ਰਾਖੀ ਕਰਨ ਵਾਸਤੇ ਦਿੰਦੀ, ਆਹ ਤੂੰ ਘਰ ਵਿੱਚ ਰਹਿਣਾ, ਆਹ ਪਰਿਵਾਰ 'ਚ ਰਹਿਣਾ, ਇਹਦੀ ਪ੍ਰਤਪਾਲਣਾ ਕਰਨੀ ਹੈ, ਰਾਖੀ ਕਰਨੀ ਹੈ। ਪਰ ਮਹਾਰਾਜ ਕਹਿੰਦੇ ਇਹ ਸਾਰਿਆਂ ਨੂੰ ਆਪਣਾ ਹੀ ਸਮਝੀ ਜਾਂਦਾ ਹੈ, ਜਿੱਥੇ ਵੀ ਇਹ ਮੇਰਾ ਨਾਮ ਬਣ ਜਾਵੇ। ਪਰ ਇਸ ਖੇਤ ਵਾਸਤੇ, ਇਸ ਸੰਸਾਰ ਵਾਸਤੇ ਬੜੀ ਮਿਹਨਤ ਕਰਦਾ ਹੈ, ਮੈਂ ਕਰਦਾ ਹੈ, ਬੜਾ ਲੜਦਾ ਝਗੜਦਾ ਹੈ। ਕਿੰਨੇ ਦੇਖੋ ਮੁਕੱਦਮੇ ਪਏ ਨੇ, ਅਸੀਂ ਕਚਹਿਰੀਆਂ 'ਚ ਜਾ ਕੇ ਦੇਖੀ ਉੱਥੇ ਫਾਈਲਾਂ ਭਰੀਆਂ ਪਈਆਂ ਨੇ, ਫਲਾਨੇ ਦੀ ਉਹਦੇ ਨਾਲ ਲੜਾਈ, ਕਿਸੇ ਦੀ ਉਹਦੇ ਨਾਲ ਲੜਾਈ, ਛੋਟੀ ਛੋਟੀ ਗੱਲ 'ਤੇ ਕਤਲ ਹੋ ਜਾਂਦੇ ਨੇ। ਇਸ ਸੰਸਾਰ ਵਾਸਤੇ ਜੀਵ ਲੜਦਾ ਰਹਿੰਦਾ ਹੈ, ਪਰ ਮਹਾਰਾਜ ਕਹਿੰਦੇ ਨੇ ਪੱਲੇ ਕੀ ਪੈਂਦਾ, ਪੱਲੇ ਕੁਝ ਨਹੀਂ ਪੈਂਦਾ। ਸਾਰੀ ਉਮਰ ਇਸ ਵਿੱਚ ਹੀ ਖੱਪ ਕੇ ਬਤੀਤ ਕਰਕੇ ਚਲਿਆ ਜਾਂਦਾ ਹੈ, ਖਾਲੀ ਹੱਥ ਆਇਆ ਸੀ, ਖਾਲੀ ਹੱਥ ਵਾਪਸ ਚਲਿਆ ਜਾਂਦਾ ਹੈ। ਜੇ ਤਾਂ ਹੁਕਮ ਮੰਨਦਾ ਕਿ ਮੈਨੂੰ ਪਰਮਾਤਮਾ ਨੇ ਇਹ ਸੰਸਾਰ ਦਿੱਤਾ ਹੈ, ਇੱਕ ਉਦਾਹਰਣ ਦਿੱਤੀ ਹੈ ਮਹਾਰਾਜ ਨੇ ਕਿ ਹੇ ਬੰਦਿਆ, ਤੂੰ ਜਿਹੜੀ ਹਉਮੈ ਕਰਦਾ ਇਹ ਝੂਠੀ ਹੈ। ਸੱਚ ਤਾਂ ਇਹ ਹੈ ਕਿ ਤੇਰਾ ਇੱਥੇ ਕੁਝ ਵੀ ਆਪਣਾ ਨਹੀਂ, ਤੇਰਾ ਇਹ ਸਰੀਰ ਵੀ ਆਪਣਾ ਨਹੀਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਜੀਵ ਹਉਮੈ ਕਰਦਾ ਉਹਦੇ ਪੱਲੇ ਕੁਝ ਨਹੀਂ ਪੈਂਦਾ। ਹਾਂ, ਜਿਹੜਾ ਇਸ ਸਰੀਰ ਵਿੱਚ, ਇਸ ਸੰਸਾਰ ਵਿੱਚ ਰਹਿੰਦਿਆਂ ਉਸ ਵਾਹਿਗੁਰੂ ਦੇ ਗੁਣ ਗਾਉਂਦਾ, ਉਸ ਦੇ ਨਾਲ ਮਿਲ ਜਾਂਦਾ, ਉਹ ਬੜਾ ਹੀ ਸੁਖੀ ਹੋ ਜਾਂਦਾ ਹੈ। ਐਸਾ ਗਿਆਨ ਵਿਚਾਰ ਮਨਾ, ਹੇ ਮਨ, ਇਹੋ ਜਿਹਾ ਜਿਹੜਾ ਗਿਆਨ ਹੈ ਉਹਦੀ ਵਿਚਾਰ ਕਰਨਾ ਕਰ, ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ। ਹਰਿ ਕੀ ਨਾਮ ਸਿਮਰਹੁ ਦੁਖ ਭੰਜਨਾ, ਤੂੰ ਹਰੀ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ, ਜੋ ਸਾਰੇ ਹੀ ਦੁੱਖਾਂ ਨੂੰ ਭੰਜਨਾ, ਨਾਸ ਕਰਨ ਵਾਲਾ ਹੈ। ਦੇਖ ਭਗਤ ਧਰੂ ਜੀ, ਉਹਨਾਂ ਦੀ ਮਤਰੇਈ ਮਾਂ ਨੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਸੀ, ਔਰ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਕਿਹਾ, 5 ਬਰਖ ਕੋ ਅਨਾਥ ਧਰੂ ਬਾਰਕ। ਅਨਾਥ ਕਹਿੰਦੇ ਨੇ ਯਤੀਮ, ਪਿਓ ਕੋਲੇ ਬੈਠਾ ਹੋਵੇ, ਮਤਰੇਈ ਮਾਂ ਨੇ ਕੁੱਛੜ ਚੋਂ ਫੜ ਕੇ ਕੱਢ ਦਿੱਤਾ। ਕਹਿੰਦੀ ਜੇ ਇਸ ਸਿੰਘਾਸਨ ਵਿੱਚ, ਇਸ ਪਿਓ ਦੀ ਗੋਦੀ ਵਿੱਚ ਬੈਠਣਾ ਤਾਂ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਔਰ ਉਹ ਰਾਜਾ ਭਗਤ ਜੀ ਦਾ ਪਿਤਾ ਚੁੱਪ ਰਿਹਾ, ਕੁਝ ਨਹੀਂ ਬੋਲਿਆ।
ਭਗਤ ਜੀ ਰੋਂਦੇ ਹੋਏ ਉਸੇ ਤਰ੍ਹਾਂ ਆਪਣੀ ਮਾਂ ਕੋਲ ਆ ਗਏ, 5 ਸਾਲ ਦੀ ਉਮਰ, ਔਰ ਆ ਕੇ ਪੁੱਛਿਆ, ਮਾਂ ਤੂੰ ਦੱਸ ਕਿ ਨੌਕਰਾਣੀ ਹੈ ਕਿ ਰਾਣੀ ਹੈ? ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ। ਭਗਤ ਜੀ ਦੀ ਮਾਂ ਕਹਿਣ ਲੱਗੀ, ਪੁੱਤਰ ਹਾਂ ਤਾਂ ਮੈਂ ਰਾਣੀ, ਪਰ ਮੈਂ ਬੰਦਗੀ ਨਹੀਂ ਕੀਤੀ, ਇਸ ਕਰਕੇ ਮੈਨੂੰ ਰਾਣੀਆਂ ਵਾਲਾ ਸੁੱਖ ਨਹੀਂ ਮਿਲਿਆ, ਮੈਨੂੰ ਨੌਕਰਾਣੀਆਂ ਵਾਲਾ ਜੀਵਨ ਮਿਲਿਆ। ਤੇ ਫਿਰ ਭਗਤ ਜੀ ਕਹਿੰਦੇ, ਕਿਹ ਉੱਤਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਣ ਮੀਤਾ। ਮੈਨੂੰ ਇਹ ਦੱਸ ਕਿਸ ਉੱਤਮ ਕਰਕੇ ਮੈਨੂੰ ਰਾਜ ਮਿਲੇ। ਆ ਜਿਹੜੇ ਮੇਰੇ ਦੁਸ਼ਮਣ ਬਣੇ ਫਿਰਦੇ ਨੇ ਇਹ ਮੇਰੇ ਮਿੱਤਰ ਬਣ ਜਾਣ। ਤੇ ਭਗਤ ਧਰੂ ਜੀ ਦੀ ਮਾਤਾ ਕਹਿੰਦੀ, ਪਰਮੇਸ਼ਰ ਆਰਾਧੀ ਹੈ, ਸਤਰੂ ਤੇ ਸਭ ਹੋਵਣ ਮੀਤਾ। ਤੂੰ ਪਰਮੇਸ਼ਰ ਨੂੰ ਜਪ, ਬੰਦਗੀ ਕਰ, ਸਾਰੇ ਤੇਰੇ ਵੈਰੀ ਮਿੱਤਰ ਬਣ ਜਾਣਗੇ। 5 ਸਾਲ ਦੀ ਉਮਰ ਵਿੱਚ ਭਗਤ ਧਰੂ ਜੀ ਨੇ ਵਾਹਿਗੁਰੂ ਦੀ ਬੰਦਗੀ ਕੀਤੀ। ਸਾਨੂੰ ਤਾਂ ਸਭ ਕੁਝ ਸੁੱਖ ਮਿਲੇ ਨੇ, ਅਸੀਂ ਤਾਂ ਘਰੇ ਬੈਠ ਕੇ ਵੀ ਨਹੀਂ ਜਪ ਸਕਦੇ। ਗੱਲਾਂ ਮਾਰਦਿਆਂ ਹੋਰ ਫਾਲਤੂ ਸਮਾਂ ਬਹੁਤ ਬਤੀਤ ਹੋ ਜਾਂਦਾ ਹੈ, ਪਰ ਅਸੀਂ ਨਾਮ ਨਹੀਂ ਜਪ ਸਕਦੇ, ਸੇਵਾ ਨਹੀਂ ਕਰ ਸਕਦੇ। ਸਤਿਗੁਰੂ ਮਹਾਰਾਜ ਕਹਿੰਦੇ, ਹਰ ਕੀ ਨਾ ਸਿਮਰੋ, ਤੂੰ ਹਰੀ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਭਾਈ? ਦੁੱਖ ਭੰਜਨਾ, ਜਿਸ ਕਰਕੇ ਸਾਰੇ ਹੀ ਦੁੱਖ ਭੰਜਨਾ ਨਾਸ ਹੋ ਜਾਂਦੇ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਵਾਹਿਗੁਰੂ ਦੇ ਨਾਮ ਕਰਕੇ ਸਾਰੇ ਹੀ ਜੀਵਾਂ ਦੇ ਜਿੰਨੇ ਦੁੱਖ ਨੇ ਉਹ ਨਾਸ ਹੋ ਜਾਂਦੇ ਹਨ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਉਹਨਾਂ ਨੇ ਸੁਖ ਪ੍ਰਾਪਤ ਕੀਤਾ, ਇਸ ਲਈ ਤੂੰ ਵੀ ਨਾਮ ਜਪਣਾ ਕਰ। ਜਪ ਲਗ ਸੰਗ ਰਹਿ ਬਨ ਮਾਹੀ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਜਿੰਨਾ ਸਮਾਂ ਸਿੰਘ ਨਾਮ ਹੈ ਸ਼ੇਰ ਦਾ, ਸ਼ੇਰ ਜੰਗਲ ਵਿੱਚ ਰਹਿੰਦਾ ਹੈ। ਕਿਸੇ ਜੰਗਲ ਵਿੱਚ ਸ਼ੇਰ ਦਾ ਵਾਸਾ ਹੋਵੇ ਨਾ, ਤਾਂ ਭਗਤ ਜੀ ਕਹਿੰਦੇ, ਦੱਸੋ ਭਾਈ, ਜਿੰਨਾ ਸਮਾਂ ਕਿਸੇ ਜੰਗਲ ਦੇ ਵਿੱਚ ਸ਼ੇਰ ਰਹਿ ਰਿਹਾ ਹੈ, ਤਬ ਲਗ ਬਨ ਫੁੱਲੇ ਹੀ ਨਾਹੀ। ਤਬ ਲਗ, ਉਹਨਾਂ ਸਮਾਂ ਉਹ ਜਿਹੜਾ ਬਨ ਹੈ ਨਾ, ਜੰਗਲ ਹੈ, ਪ੍ਰਫੁੱਲਤ ਨਹੀਂ ਹੁੰਦਾ। ਕਿਉਂ? ਉੱਥੇ ਜਿੰਨੇ ਵੀ ਜਾਨਵਰ ਨੇ ਸਹਿਮੇ ਰਹਿੰਦੇ ਨੇ, ਉਹ ਖੁੱਲ੍ਹੇ ਵਿਚਰ ਨਹੀਂ ਸਕਦੇ, ਔਰ ਜਿਹੜੀ ਬਨਸਪਤੀ ਹੈ ਉਹ ਵੀ ਸਾਧ ਸੰਗਤ ਪ੍ਰਫੁੱਲਤ ਨਹੀਂ ਹੁੰਦੀ। ਇਹਦਾ ਕੀ ਕਾਰਨ ਹੈ? ਦੇਖੋ, ਜਿੰਨੇ ਵੀ ਪਸ਼ੂ ਪੰਛੀ ਨੇ ਉਹ ਸਾਰੇ ਸ਼ੇਰ ਉਹਨਾਂ ਨੂੰ ਮਾਰ ਦਿੰਦਾ ਹੈ, ਨੁਕਸਾਨ ਕਰ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਉਹਨਾਂ ਸਮਾਂ ਜਿਹੜਾ ਜੰਗਲ ਹੈ ਨਾ, ਪ੍ਰਫੁੱਲਤ ਨਹੀਂ ਹੁੰਦਾ, ਚਾਰੇ ਪਾਸੇ ਖੁਸ਼ੀ ਨਹੀਂ ਆਉਂਦੀ, ਜੀਵ ਜਿਹੜੇ ਪੰਛੀ ਹਨ ਚਹਿਕਦੇ ਨਹੀਂ ਹਨ। ਜਦੋਂ ਸਿਆਰ ਨਾਮ ਹੈ ਸਰਬੇ ਦਾ, ਪਿਛਲੇ ਦਿਨੀ ਵੀ ਕਥਾ ਆਈ ਸੀ ਕਿ ਜਿਹੜਾ ਸਰਬਾ ਹੈ ਉਹ ਸ਼ੇਰ ਨੂੰ ਮਾਰ ਲੈਂਦਾ ਹੈ। ਇਹ ਕਵੀ ਲੋਕਾਂ ਨੇ ਕਥਨ ਕੀਤਾ ਹੈ ਕਿ ਇਹ ਜਿਹੜਾ ਜਾਨਵਰ ਹੈ 8 ਲੱਤਾਂ ਵਾਲਾ, ਇਹ ਬਰਫੀਲੀਆਂ ਪਹਾੜੀਆਂ ਵਿੱਚ ਰਹਿੰਦਾ ਹੈ ਸਾਧ ਸੰਗਤ, ਔਰ ਇਹ ਸ਼ੇਰ ਦਾ ਮਾਸ ਖਾਂਦਾ ਹੈ, ਹੋਰ ਕਿਸੇ ਜਾਨਵਰ ਦਾ ਮਾਸ ਨਹੀਂ ਖਾਂਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਜਬ ਹੀ ਸਿਆਰ, ਜਦੋਂ ਹੀ ਸਿਆਰ ਜਿਹੜਾ ਸਰਬਾ ਹੈ ਸਿੰਘ ਕੋ ਖਾਏ, ਸਿੰਘ ਸ਼ੇਰ ਦੇ ਤਾਈਂ ਮਾਰ ਕੇ ਖਾ ਲੈਣਾ ਕਰੇ। ਭੂਲ ਰਹੀ ਸਗਲੀ ਮਨਰਾਏ। ਫਿਰ ਜਿਹੜੇ ਪੰਛੀ ਜਾਂ ਹਨ ਜਾਨਵਰ ਹਨ ਉਹ ਸਾਰੇ ਖੁਸ਼ ਹੋ ਜਾਂਦੇ ਨੇ, ਉਹ ਜੰਗਲ ਦੇ ਵਿੱਚ ਖੁੱਲ੍ਹੇ ਵਿਚਰਨ ਲੱਗ ਜਾਂਦੇ ਨੇ, ਚਹਿਕ ਚਿਹਾੜਾ ਪਾਉਂਦੇ ਨੇ ਅਤੇ ਪ੍ਰਫੁੱਲਤਾ ਹੋ ਜਾਂਦੀ ਹੈ ਚਾਰੇ ਪਾਸੇ। ਅਤੇ ਇਸੇ ਤਰ੍ਹਾਂ ਹੀ ਜਬ ਲਗ ਸਿੰਘ ਰਹਿ ਬਨ ਮਾਹੇ। ਜਿੰਨਾ ਸਮਾਂ ਕਹਿੰਦੇ ਸਿੰਘ ਨਾਮ ਹੈ ਸ਼ੇਰ ਦਾ, ਜਿਹੜਾ ਹੰਕਾਰ ਹੈ ਇਹ ਸ਼ੇਰ ਹੈ। ਸਾਡੇ ਸਰੀਰ ਰੂਪ ਜੰਗਲ ਹੈ 'ਚ ਇਹ ਜਿਹੜਾ ਹੰਕਾਰ ਹੈ ਇਸ ਸ਼ੇਰ ਦਾ ਵਾਸਾ ਬਣਿਆ। ਅਤੇ ਜਿੰਨਾ ਸਮਾਂ ਇਹ ਹੰਕਾਰ ਸਰੀਰ ਦੇ ਅੰਦਰ ਰਹਿੰਦਾ ਹੈ, ਉਹਨਾਂ ਸਮਾਂ ਜਿਹੜਾ ਇਹ ਸਰੀਰ ਹੈ ਨਾ ਸਾਧ ਸੰਗਤ,
ਇਹਦੇ ਵਿੱਚ ਸਭ ਗੁਣ ਪ੍ਰਫੁੱਲਤ ਨਹੀਂ ਹੁੰਦੇ। ਨਾ ਹੀ ਇਹ ਸੇਵਾ ਕਰ ਸਕਦਾ, ਨਿਮਾਣਾ ਨਹੀਂ ਬਣ ਸਕਦਾ, ਇਹ ਨਾਮ ਨਹੀਂ ਜਪ ਸਕਦਾ, ਬਾਣੀ ਨਹੀਂ ਪੜ੍ਹ ਸਕਦਾ। ਹੁਣ ਜੇ ਕਿਸੇ ਨੂੰ ਕਹੀਏ ਵੀ ਬਾਣੀ ਪੜ੍ਹ ਲੈ, ਉਹ ਕਹੇਗਾ ਮੈਨੂੰ ਕੀ ਲੋੜ ਹੈ, ਮੈਨੂੰ ਕਿਹੜਾ ਕੋਈ ਦੁੱਖ ਹੈ, ਜਾਂ ਮੈਂ ਕੋਈ ਮਾੜੇ ਕੰਮ ਕਰਦਾ। ਤਾਂ ਹੰਕਾਰ ਬੈਠਾ ਨਾ ਅੰਦਰ, ਅੱਗੇ ਮੈਂ ਉਹ ਨਹੀਂ ਕਰਨ ਦਿੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿੰਨਾ ਸਮਾਂ ਸਰੀਰ ਦੇ ਅੰਦਰ ਹੰਕਾਰ ਹੈ ਇਸ ਜੰਗਲ ਦੇ ਵਿੱਚ, ਉਹਨਾਂ ਸਮਾਂ ਕੋਈ ਗੁਣ ਪ੍ਰਗਟ ਨਹੀਂ ਹੁੰਦਾ। ਸਭ ਗੁਣ ਸਤ, ਸੰਤੋਖ, ਦਇਆ, ਧਰਮ, ਵਿਚਾਰ, ਨਿਮਰਤਾ, ਇਹ ਗੁਣ ਪ੍ਰਫੁੱਲਤ ਨਹੀਂ ਹੁੰਦੇ। ਜਦ ਹੀ ਸਿਆਰ ਸਿੰਘ ਕਉ ਖਾਏ। ਜਦੋਂ ਹੀ ਸਿਆਰ ਨਾਮ ਹੈ ਗਿਆਨ ਦਾ, ਵਿਵੇਕ ਦਾ, ਜਾਂ ਅਪਰੋਖ ਗਿਆਨ। ਇੱਕ ਪਰੋਖ ਗਿਆਨ ਹੁੰਦਾ, ਇੱਕ ਅਪਰੋਖ ਗਿਆਨ ਹੁੰਦਾ। ਜਿਹੜਾ ਪਰੋਖ ਗਿਆਨ ਹੁੰਦਾ ਉਹ ਤਾਂ ਜੀਵ ਦਾ ਆਪਣਾ ਗਿਆਨ ਹੈ ਕਿ ਸਭ ਕੁਝ ਸਾਹਮਣੇ ਦਿਸ ਪਵੇ। ਅਪਰੋਖ ਗਿਆਨ ਕਹਿੰਦੇ ਨੇ ਸਾਧ ਸੰਗਤ ਜਿਹੜਾ ਪਰਮਾਤਮਾ ਦਾ ਗਿਆਨ ਹੈ, ਜਿਵੇਂ ਅਸੀਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ, ਕਥਾ ਸੁਣਦੇ ਹਾਂ, ਇਹ ਪਰਮਾਤਮਾ ਦਾ ਅਪਰੋਖ ਗਿਆਨ ਹੈ। ਜਦੋਂ ਸਾਡੇ ਹਿਰਦੇ 'ਚ ਧਾਰਨ ਹੋ ਜੇ, ਅਸੀਂ ਇਸ ਨੂੰ ਮੰਨ ਲਈਏ, ਇਹ ਗੁਰੂ ਦਾ ਸ਼ਬਦ। ਜਾਂ ਉਦਾਹਰਣ ਵਾਸਤੇ ਕਹਿ ਲਈਏ ਵੀ ਜਿਵੇਂ ਕਿਸੇ ਬੰਦੇ ਦੀ ਪਿੱਠ ਪਿੱਛੇ ਗੱਲ ਕੀਤੀ ਜਾਵੇ, ਉਹ ਹੈ ਤਾਂ ਸਹੀ ਪਰ ਉੱਥੇ ਮੌਜੂਦ ਨਾ ਹੋਵੇ ਤੇ ਉਹਦੀਆਂ ਗੱਲਾਂ ਬਾਤਾਂ ਚੱਲਣ, ਇਹਨੂੰ ਕਹਿੰਦੇ ਨੇ ਅਪਰੋਖ ਗਿਆਨ। ਤੇ ਜੇ ਕੋਈ ਸਾਡੇ ਸਾਹਮਣੇ ਖੜਾ ਹੋਵੇ ਤੇ ਉਹਦੀ ਗੱਲਬਾਤ ਚੱਲੇ, ਉਹ ਕਹਿੰਦੇ ਨੇ ਪਰੋਖ ਗਿਆਨ, ਸਾਹਮਣੇ ਗੱਲ ਕਰਨੀ। ਇਸ ਤਰ੍ਹਾਂ ਪਰਮਾਤਮਾ ਸਾਨੂੰ ਦਿਸਦਾ ਤਾਂ ਨਹੀਂ ਹੈ, ਸਖਿਆਤਕਾਰ ਤਾਂ ਨਹੀਂ ਹੈ, ਪਰ ਅਸੀਂ ਉਹਦੀਆਂ ਗੱਲਾਂ ਬਾਤਾਂ ਕਰਦੇ ਹਾਂ, ਕਥਾ ਕਹਾਣੀਆਂ ਹੁੰਦੀਆਂ ਨੇ, ਇਹਨੂੰ ਕਹਿੰਦੇ ਨੇ ਅਪਰੋਖ ਗਿਆਨ। ਤਾਂ ਜਦੋਂ ਹਿਰਦੇ ਵਿੱਚ ਅਪਰੋਖ ਗਿਆਨ ਵਸ ਜਾਵੇ ਕਿ ਵਾਹਿਗੁਰੂ ਸਭ ਥਾਵਾਂ 'ਤੇ ਹੈ, ਸਾਰਿਆਂ ਨੂੰ ਦੇਖ ਰਿਹਾ, ਸੁਣ ਰਿਹਾ, ਮੈਂ ਉਹਦੇ ਤੋਂ ਵਿਛੜਿਆ ਹੋਇਆ ਹਾਂ, ਮਿਲਣਾ ਹੈ ਪਰਮਾਤਮਾ ਦੇ ਨਾਲ, ਪਰਮਾਤਮਾ ਨਾਲ ਮਿਲਿਆ ਹੀ ਜੀਵ ਸੁਖੀ ਹੁੰਦਾ ਹੈ, ਜਨਮ ਮਰਨ ਮਿਟਦਾ ਹੈ, ਇਹ ਅਪਰੋਖ ਗਿਆਨ ਹੈ। ਜਬ ਹੀ ਸਿਆਰ ਸਿੰਘ ਕਉ ਖਾਏ, ਜਦੋਂ ਅਪਰੋਖ ਗਿਆਨ ਜਿਹੜਾ ਹੈ ਉਹ ਸਿੰਘ ਹੰਕਾਰ ਦੇ ਤਾਂ ਹੀ ਖਾ ਲੈਣਾ ਕਰੇ। ਹੰਕਾਰ ਮਿਟ ਜਾਂਦਾ ਹੈ ਨਾ, ਵੀ ਮੈਂ ਤਾਂ ਹੈ ਹੀ ਕੁਝ ਨਹੀਂ, ਮੇਰੇ ਹੱਥ ਵਿੱਚ ਹੈ ਹੀ ਕੁਝ ਨਹੀਂ, ਜੋਰ ਨਾ ਜੀਵਨ ਮਰਨ ਨਾ ਹੈ ਜੋਰ, ਜੋਰ ਨਾ ਰਾਜ ਮਾਲ ਮਨ ਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੰਟੈ ਸੰਸਾਰ। ਮੇਰੇ ਹੱਥ ਵਿੱਚ ਕੋਈ ਜੋਰ ਹੈ ਹੀ ਨਹੀਂ, ਤਾਕਤ ਹੈ ਹੀ ਨਹੀਂ। ਮੇਰੇ ਸਰੀਰ ਅੰਦਰ ਜੀਵ ਆਤਮਾ ਹੈ ਔਰ ਉਹ ਜੀਵ ਆਤਮਾ ਪਰਮਾਤਮਾ ਦੇ ਹੁਕਮ ਵਿੱਚ ਇਸ ਸਰੀਰ ਦੇ ਅੰਦਰ ਬੈਠਾ ਹੈ। ਇਹ ਸਰੀਰ ਮੇਰੇ ਜ਼ੋਰ ਵਿੱਚ ਨਹੀਂ ਹੈ, ਮੈਂ ਇਹਨੂੰ ਭੁੱਖਾ ਰੱਖ ਲਾਂ, ਕਿੰਨੇ ਕੁ ਦਿਨ ਰੱਖਾਂਗਾ। ਜੇ ਮੈਂ ਕਹਾਂ ਵੀ ਮੈਂ ਆਪਣੇ ਹੁਕਮ ਵਿੱਚ ਸਰੀਰ ਨੂੰ ਚਲਾਵਾਂ ਤੇ ਮੈਂ ਭੁੱਖਾ ਨਹੀਂ ਰਹਿ ਸਕਦਾ। ਪਰਮਾਤਮਾ ਨੇ ਇਹ ਹੁਕਮ ਕੀਤਾ ਹੈ ਕਿ ਇਸ ਸਰੀਰ ਨੂੰ ਜਿਉਂਦੇ ਰਹਿਣ ਵਾਸਤੇ ਸਵਾਸ ਚਾਹੀਦੇ ਨੇ, ਤੇ ਮੈਂ ਸਵਾਸਾਂ ਤੋਂ ਬਿਨਾਂ ਜਿਉਂਦਾ ਰਹਿ ਹੀ ਨਹੀਂ ਸਕਦਾ, ਮੈਂ ਪਾਣੀ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਫਿਰ ਮੇਰੇ ਹੱਥ ਵਿੱਚ ਕੀ ਜ਼ੋਰ ਹੈ ਜਦੋਂ ਮੈਂ ਕਿਸੇ ਚੀਜ਼ ਦੇ ਅਧੀਨ ਆ। ਪਰਮਾਤਮਾ ਦੇ ਹੁਕਮ ਵਿੱਚ ਹੈ ਕਿ ਅਸੀਂ ਜਿਹੜਾ ਸਾਡਾ ਸਰੀਰ ਹੈ, ਸਾਡਾ ਜੀਵਨ ਹੈ, ਉਹ ਪਰਮਾਤਮਾ ਨੇ ਕਿਸੇ ਆਸਰੇ ਦੇ ਅਧੀਨ ਰੱਖਿਆ ਹੋਇਆ। ਅਸੀਂ ਖੁਰਾਕ ਖਾਵਾਂਗੇ, ਭੋਜਨ ਖਾਵਾਂਗੇ, ਪਾਣੀ ਪੀਵਾਂਗੇ, ਸਵਾਸ ਲਵਾਂਗੇ, ਤਦੋਂ ਹੀ ਜਿਉਂਦੇ ਰਹਿ ਸਕਦੇ। ਇਹ ਸਾਨੂੰ ਅਧੀਨ ਰੱਖਿਆ ਹੋਇਆ ਹੈ, ਇਹ ਹੁਕਮ ਹੈ। ਔਰ ਹੁਕਮ ਵਿੱਚ ਹੀ ਸਰੀਰ ਅੰਦਰ ਜੀਵ ਆਤਮਾ ਬੈਠਾ ਹੈ। ਜਿੰਨਾ ਸਮਾਂ ਪਰਮਾਤਮਾ ਨੇ ਇਸ ਨੂੰ ਸਮਾਂ ਦਿੱਤਾ ਸੰਸਾਰ ਵਿੱਚ ਰਹਿਣ ਵਾਸਤੇ, ਇਹ ਵੀ ਹੁਕਮ ਹੈ। ਔਰ ਹੁਕਮ ਹੈ ਕਿ ਤੂੰ ਇੱਥੇ ਦੁਨੀਆ ਵਿੱਚ ਨਾਮ ਜਪਣਾ, ਸੰਗਤ ਕਰਨੀ ਹੈ, ਔਰ ਫੇਰ ਹੀ ਤੇਰਾ ਆਉਣਾ ਸਫਲ ਹੋ ਸਕਦਾ ਇੱਥੇ। ਇਹ ਵੀ ਹੁਕਮ, ਇਹ ਹੁਕਮ ਵੀ ਮੰਨਣਾ ਹੈ, ਹੁਕਮ ਵਿੱਚ ਰਹਿਣਾ ਹੈ, ਜੀਵਨ ਕਮਾਉਣਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਜਦੋਂ ਇਹ ਜਿਹੜਾ ਗਿਆਨ ਹੈ ਹੰਕਾਰ ਰੂਪ ਸ਼ੇਰ ਨੂੰ ਖਾ ਲੈਂਦਾ ਹੈ, ਸਗਲੀ ਬਨਰਾਏ। ਫਿਰ ਅੰਦਰ ਬਨਰਾਏ ਨਾਮ ਹੈ
ਜਿਹੜੀ ਬਨਸਪਤੀ ਉਹ ਕਿਹੜੀ ਹੈ, ਸਾਡੇ ਅੰਦਰ ਸ਼ੁਭ ਗੁਣ ਪ੍ਰਫੁੱਲਤ ਹੋ ਜਾਂਦੀ। ਜੇ ਅਸੀਂ ਹੁਕਮ ਮੰਨਣ ਲੱਗ ਜਾਈਏ ਨਾ ਤਾਂ ਸਾਡੇ ਅੰਦਰ ਸਾਰੇ ਹੀ ਗੁਣ ਆ ਕੇ ਵਸਣ ਲੱਗ ਜਾਣੇ ਨੇ। ਸੱਚ ਵੀ ਚੰਗਾ ਲੱਗੇਗਾ, ਨਿਮਰਤਾ ਆ ਜਾਵੇਗੀ, ਪ੍ਰੇਮ ਸ਼ਰਧਾ ਵਿਸ਼ਵਾਸ ਪੈਦਾ ਹੋ ਜਾਵੇਗਾ, ਭਰੋਸਾ ਬਣ ਜਾਵੇਗਾ, ਸਬਰ ਆ ਜਾਏਗਾ, ਸੰਤੋਖ ਆ ਜਾਏਗਾ। ਇਹ ਸਾਰੇ ਗੁਣ ਆਪਣੇ ਆਪ ਹੀ ਹਿਰਦੇ 'ਚ ਆ ਕੇ ਟਿਕ ਜਾਣੇ ਨੇ। ਤਦੋਂ ਮਹਾਰਾਜ ਕਹਿੰਦੇ ਜਿਹੜਾ ਇਹ ਸਰੀਰ ਹੈ ਨਾ ਇਹਦੇ ਵਿੱਚ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ ਸਭ ਸ਼ੁਭ ਗੁਣਾਂ ਦੇ ਸਹਿਤ, ਸਾਰੇ ਗੁਣ ਆਪੇ ਹੀ ਹਰੇ ਭਰੇ ਹੋ ਜਾਂਦੇ ਹਨ। ਜੀਤੋ ਬੁਝੈ ਹਾਰੋ ਤਿਰੈ। ਇਸ ਸੰਸਾਰ ਵਿੱਚ ਭਾਈ ਜਿਹੜਾ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝਦਾ ਵੀ ਮੈਂ ਬੜਾ ਮਹਾਨ ਆ, ਮੈਂ ਜਿੱਤਿਆ ਹੋਇਆ ਹਾਂ, ਮੇਰੇ ਕੋਲ ਇੰਨੇ ਸੁੱਖ ਨੇ, ਉਹ ਤਾਂ ਸਤਿਗੁਰੂ ਕਹਿੰਦੇ ਡੁੱਬ ਹੀ ਜਾਂਦਾ। ਜਿਵੇਂ ਹਰਨਾਖਸ਼ ਸੀ ਔਰ ਆਪ ਹੀ ਕਹੀ ਜਾਵੇ ਕਿ ਮੈਂ ਪਰਮਾਤਮਾ ਹਾਂ, ਲੋਕਾਂ ਦੇ ਤਾਈਂ ਪਰਮਾਤਮਾ ਕਹਿ ਕੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰਾ ਦਿੱਤੀ, ਆਪਣੇ ਮੰਦਰ ਬਣਾ ਲਏ ਸਨ ਹਰਨਾਖਸ਼ ਨੇ। ਪਰ ਮਹਾਰਾਜ ਕਹਿੰਦੇ ਦੇਖੋ ਵਾਹਿਗੁਰੂ ਪਰਮਾਤਮਾ ਨੇ ਉਸ ਦੇ ਤਾਈਂ ਮਾਰਨ ਵਾਸਤੇ ਨਰਸਿੰਘ ਦਾ ਰੂਪ ਧਾਰਨ ਕਰ ਲਿਆ। ਉਹ ਤਾਂ ਸਮਝਦਾ ਸੀ ਵੀ ਲੋਕ ਇਹਨਾਂ ਤਰੀਕਿਆਂ ਨਾਲ ਮਰਦੇ ਨੇ, ਜਾਂ ਤਾਂ ਕੋਈ ਅੰਦਰ ਮਰਦਾ, ਜਾਂ ਕੋਈ ਬਾਹਰ ਹੁੰਦਾ, ਜਾਂ ਕੋਈ ਹਥਿਆਰ ਨਾਲ ਮਰਦਾ, ਜਾਂ ਕੋਈ ਜਾਨਵਰ ਨਾਲ ਮਰਦਾ, ਜਾਂ ਕੋਈ ਉੱਪਰ ਮਰ ਜਾਂਦਾ, ਜਾਂ ਕੋਈ ਹੇਠਾਂ ਮਰ ਜਾਂਦਾ। ਇਹਨੇ 8 ਵਾਰ ਮੰਗ ਲਏ, ਪਰਮਾਤਮਾ ਨੇ ਉਹ 8 ਵਾਰ ਪੂਰੇ ਕਰਕੇ ਨਰਸਿੰਘ ਰੂਪ ਧਾਰਨ ਕਰਕੇ ਇਹਦਾ ਵੱਧ ਕਰ ਦਿੱਤਾ, ਨਾਸ਼ ਕਰ ਦਿੱਤਾ। ਜਿਹੜਾ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝਦਾ ਹੈ ਮਹਾਰਾਜ ਕਹਿੰਦੇ ਉਹ ਬੂਢਾ, ਉਹ ਡੁੱਬ ਗਿਆ ਹੈ ਭਾਈ, ਹੰਕਾਰ ਕਰਕੇ ਡੁੱਬ ਗਿਆ ਹੈ। ਹਾਰੋ ਤਿਰੈ, ਤੇ ਜਿਹੜਾ ਹਾਰਿਆ ਹੋਇਆ ਸੀ ਨਿਮਰਤਾ ਵਿੱਚ, ਜਿਵੇਂ ਭਗਤ ਪ੍ਰਹਿਲਾਦ ਜੀ, ਉਹਨਾਂ ਨੇ ਸਭ ਕੁਝ ਛੱਡ ਕੇ ਪਰਮਾਤਮਾ ਦੀ ਸ਼ਰਨ ਹੀ ਲੈ ਲਈ ਨਾ, ਵਾਹਿਗੁਰੂ ਦਾ ਨਾਮ ਹੀ ਜਪਿਆ ਨਾ ਸਾਧ ਸੰਗਤ, ਤੇ ਦੇਖੋ ਉਹ ਤਰ ਗਏ। ਤੇਰਾ ਨਾਮ ਹੈ ਤਰਨ ਦਾ, ਤੇਰਾ ਨਾਮ ਜਿੱਤਣ ਦਾ ਵੀ ਹੈ। ਕਾਂਸੀ ਦੀ ਬੋਲੀ ਹੈ, ਆਪਣੇ ਪੰਜਾਬ ਦੇ ਵਿੱਚ ਤਰਨਾ ਕਹਿੰਦੇ ਨੇ, ਉੱਥੇ ਤੈਰਨਾ ਕਹਿੰਦੇ ਹਨ। ਤੈਰਨ ਭਾਵ ਤਰ ਜਾਣਾ। ਮਹਾਰਾਜ ਕਹਿੰਦੇ ਜਿਹੜਾ ਨਿਮਰਤਾ ਵਿੱਚ ਹੈ, ਜਿਹੜਾ ਪਰਮਾਤਮਾ ਦੀ ਸ਼ਰਨ ਲੈ ਲੈਂਦਾ ਹੈ, ਹਾਰ ਗਿਆ ਕਿ ਮਹਾਰਾਜ ਮੇਰਾ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ, ਤਾਂ ਉਹ ਮਹਾਰਾਜ ਕਹਿੰਦੇ ਤਰ ਜਾਂਦਾ ਹੈ ਭਾਈ। ਜਿਹੜਾ ਤਾਂ ਹੰਕਾਰੀ ਹੋ ਜਾਂਦਾ ਹੈ ਉਹ ਡੁੱਬ ਜਾਂਦਾ ਹੈ, ਤੇ ਜਿਹੜਾ ਨਿਮਰਤਾ ਵਿੱਚ ਆ ਜਾਂਦਾ ਹੈ ਕਿ ਪਰਮਾਤਮਾ ਤੇਰੇ ਤੋਂ ਬਿਨਾਂ ਮੈਨੂੰ ਕੋਈ ਆਸਰਾ ਨਹੀਂ, ਹਾਰ ਹੀ ਜਾਂਦਾ ਹੈ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਮਹਾਰਾਜ, ਤੇ ਉਹ ਸਤਿਗੁਰੂ ਕਹਿੰਦੇ ਤੇਰਾ ਉਹ ਤਰ ਜਾਂਦਾ ਹੈ। ਉਹ ਭਾਈ ਗੁਰੂ ਦੀ ਕਿਰਪਾ ਦੇ ਨਾਲ ਪਾਰ ਉਤਰਦਾ ਹੈ। ਗੁਰੂ ਸਾਨੂੰ ਕਹਿੰਦੇ ਨੇ ਨਾ ਕਿ ਭਾਈ ਤੂੰ ਸਾਰਿਆਂ ਦੇ ਖਿਆਲ ਛੱਡ ਕੇ ਇੱਕ ਵਾਹਿਗੁਰੂ ਦੀ ਸ਼ਰਨ ਲੈ ਲੈ। ਇਹ ਬੇਨਤੀ ਕਰ ਸਗਲ ਦੁਆਰ ਕੋ ਛੱਡ ਕੈ, ਗਹਿ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਜ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਹੇ ਪ੍ਰਭੂ ਮੇਰੀ ਰੱਖਿਆ ਕਰ, 5 ਵਿਕਾਰਾਂ ਤੋਂ ਰੱਖਿਆ ਕਰ। ਗੁਰਸਿੱਖ ਨੇ ਇਹ ਵੀ ਬੇਨਤੀ ਕਰਨੀ। ਇਹ ਸਾਧ ਸੰਗਤ ਬੜਾ ਰੂਪ ਬਦਲ ਕੇ ਜੀਵ ਆਤਮਾ ਦੇ ਤਾਈਂ ਲੁੱਟਦੇ ਨੇ, ਮਾਰਦੇ ਨੇ, ਰੋਕ ਪਾਉਂਦੇ ਨੇ ਵਾਹਿਗੁਰੂ ਦੇ ਸਿਮਰਨ ਤੋਂ, ਨਾਮ ਜਪਣ ਤੋਂ, ਸੇਵਾ ਕਰਨ ਤੋਂ। ਤਾਂ ਮਹਾਰਾਜ ਕਹਿੰਦੇ ਤੂੰ ਬੇਨਤੀ ਕਰ ਨਿਮਾਣਾ ਹੋ ਕਰਕੇ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਵਿਕਾਨੋ। ਭਗਤ ਰਵਿਦਾਸ ਜੀ, ਭਗਤਾਂ ਨੇ ਸਾਨੂੰ ਬੇਨਤੀ ਕਰਨ ਦੀ ਜਾਂਚ ਵੀ ਸਿਖਾਈ। ਜਿਵੇਂ ਮਾਂ ਬਾਪ ਬੱਚੇ ਨੂੰ ਉਂਗਲ ਫੜ ਕੇ ਚੱਲਣਾ ਸਿਖਾਉਂਦੇ ਨੇ ਨਾ, ਸਾਨੂੰ ਤਾਂ ਕੋਈ ਸੋਝੀ ਨਹੀਂ ਅਸੀਂ ਕਿਵੇਂ ਬੇਨਤੀ ਕਰਨੀ ਹੈ, ਪਰ ਗੁਰਬਾਣੀ ਵਿੱਚ ਸਤਿਗੁਰਾਂ ਨੇ ਬੇਨਤੀ ਵੀ ਦੱਸੀ, ਤੂੰ ਕਿਵੇਂ ਬੇਨਤੀ ਕਰ। ਨਾਥ, ਹੇ ਨਾਥ ਪ੍ਰਭੂ ਪਰਮਾਤਮਾ, ਕਛੂ ਨਾ ਜਾਣੋ, ਮੈਂ ਕੁਝ ਨਹੀਂ ਜਾਣਦਾ ਕਿਵੇਂ ਬੰਦਗੀ ਕਰੀਦੀ ਹੈ, ਕਿਵੇਂ ਨਿਮਾਣਾ ਬਣੀਦਾ, ਕਿਵੇਂ ਤੇਰੀ ਸ਼ਰਨ ਵਿੱਚ ਆਈਦਾ। ਮਨ ਮਾਇਆ ਕੈ ਹਾਥ ਵਿਕਾਨੋ, ਮੇਰਾ ਮਨ ਇਸ ਮਾਇਆ ਦੇ ਹੱਥ ਵਿਕਿਆ ਹੋਇਆ ਹੈ। ਜਿਹੜਾ ਵੀ ਮੈਂ ਕੰਮ ਕਰਦਾ ਉਹ ਮਾਇਆ ਵਾਲਾ ਹੀ ਹੁੰਦਾ ਹੈ, ਧੋਖੇ ਵਾਲਾ, ਕਪਟ ਵਾਲਾ, ਉਹ ਤੇਰੇ ਤੋਂ ਭੁੱਲਿਆ ਹੋਇਆ ਹੀ ਕਰਮ ਹੁੰਦਾ ਹੈ।
तुम कहियत हो जगत गुर स्वामी, हम कहियत कल जो के कामी। तू संसार ਦਾ ਮਾਲਕ ਕਹਾਉਣਾ, ਅਸੀਂ ਸੰਸਾਰ ਦੇ ਵਿੱਚ ਕਾਮਨਾ ਲੈ ਕੇ, ਇੱਛਾ ਲੈ ਕੇ, ਵਾਸਨਾ ਲੈ ਕੇ ਘੁੰਮਦੇ ਫਿਰਦੇ ਹਾਂ। ਔਰ ਇਸ ਤਰ੍ਹਾਂ ਨਿਮਾਣਾ ਹੋ ਕੇ ਬੇਨਤੀ ਕਰੇ, ਰਾਖ ਰਾਖ ਮੇਰੀ ਬੀਠਲਾ ਜਨ ਸਰਣ ਤੁਮਾਰੀ। ਸਤਿਗੁਰੂ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਪਾਰ ਉਤਰੈ। ਉਹ ਗੁਰੂ ਦੀ ਕਿਰਪਾ ਦੇ ਨਾਲ ਪਾਰ ਉਤਰ ਜਾਂਦਾ, ਜਿਹੜਾ ਹਾਰਿਆ ਹੋਇਆ ਦਿਸਦਾ। ਭਗਤ ਕਬੀਰ ਜੀ ਨੇ ਸਾਧ ਸੰਗਤ ਸਲੋਕਾਂ ਵਿੱਚ ਫਰਮਾਨ ਕੀਤਾ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜਹੋ ਸੋ ਨਾਉ ਸਮੁੰਦਰ ਮੈਂ ਹੈ, ਕਿਆ ਜਾਨੋ ਕਿਆ ਹੋਏ। ਕਹਿੰਦੇ ਹੰਕਾਰ ਨਾ ਕਰ ਬੰਦਿਆ, ਕਿਸੇ ਕੰਗਾਲ ਨੂੰ ਦੇਖ ਕੇ, ਗਰੀਬ ਨੂੰ ਦੇਖ ਕੇ ਹੱਸ ਨਾ, ਉਹਦਾ ਮਜ਼ਾਕ ਨਾ ਉਡਾ। ਕਿਉਂ? ਭਗਤ ਜੀ ਕਹਿੰਦੇ ਅਜਹੋ ਸੋ ਨਾਉ ਸਮੁੰਦਰ ਮੈਂ, ਤੇਰਾ ਜਿਹੜਾ ਇਹ ਜਹਾਜ਼ ਹੈ, ਤੇਰੀ ਬੇੜੀ ਹੈ, ਜੇ ਸਮੁੰਦਰ 'ਚ ਤੁਰੀ ਫਿਰਦੀ ਹੈ, ਕਿੱਥੇ ਗੇੜਾ ਖਾ ਜਾਣਾ ਕੋਈ ਪਤਾ ਹੀ ਨਹੀਂ। ਇਹ ਸਾਖੀ ਅਸੀਂ ਪਹਿਲਾਂ ਵੀ ਸੁਣੀ ਹੋਵੇਗੀ। ਇੱਕ ਮਹਾਤਮਾ ਰੋਜ਼ਾਨਾ ਸੈਰ ਕਰਨ ਵਾਸਤੇ ਜਾਇਆ ਕਰਦੇ, ਚਿੱਟਾ ਲੰਮਾ ਦਾੜਾ ਖੁੱਲ੍ਹਾ ਰੱਖਿਆ ਕਰਦੇ। ਮਹਾਂਪੁਰਖਾਂ ਨੂੰ ਰਸਤੇ ਵਿੱਚ ਇੱਕ ਬੇਸਵਾ ਮਿਲਦੀ ਸੀ। ਬੇਸਵਾ ਦਾ ਘਰ ਸੀ, ਉਹ ਦਰਵਾਜ਼ੇ 'ਤੇ ਬੈਠੀ ਅਤੇ ਮਹਾਂਪੁਰਖਾਂ ਨੂੰ ਕਹੇ ਕਿ ਬਾਬਾ ਜੀ ਮੇਰੇ ਕੁੱਤੇ ਦੀ ਪੂਛ ਚਿੱਟੀ ਹੈ ਕਿ ਤੁਹਾਡਾ ਦਾੜਾ ਚਿੱਟਾ ਹੈ। ਉਹਨੂੰ ਇਹੀ ਦਿਸੇ ਵੀ ਇੱਕ ਪਾਸੇ ਉਹਦੇ ਆਪਦੇ ਦਾ ਦਾੜਾ ਹੈ ਹੀ ਨਹੀਂ ਸੀ, ਜਾਂ ਤਾਂ ਉਹਨੂੰ ਕੁੱਤੇ ਦੀ ਪੂਛ ਦਿਸਦੀ ਸੀ ਵੀ ਇਹ ਚਿੱਟੀ ਹੈ, ਅਤੇ ਜਾਂ ਮਹਾਂਪੁਰਖਾਂ ਦਾੜਾ। ਇਹ ਰੋਜ਼ਾਨਾ ਸਵਾਲ ਕਰਿਆ ਕਰੇ ਅਤੇ ਮਹਾਂਪੁਰਖ ਚੁੱਪ ਕਰਕੇ ਲੰਘ ਜਿਆ ਕਰਨ। ਇੱਕ ਸਮਾਂ ਆਇਆ, ਉਸ ਸਮੇਂ ਸਰੀਰ ਛੱਡਣਾ ਹੈ। ਮਹਾਂਪੁਰਖਾਂ ਦੇ ਕੋਲ ਬੜੇ ਸੇਵਕ ਖੜ੍ਹੇ ਨੇ, ਹੱਥ ਜੋੜ ਕੇ ਬੇਨਤੀ ਕੀਤੀ ਸੇਵਾਦਾਰ ਨੇ, ਮਹਾਂਪੁਰਖੋ ਕੋਈ ਅੰਤ ਸਮੇਂ ਸਾਨੂੰ ਸੇਵਾ ਬਖਸ਼ੋ। ਮਹਾਂਪੁਰਖ ਕਹਿੰਦੇ ਭਾਈ ਫਲਾਣੇ ਥਾਂ ਇੱਕ ਬੇਸਵਾ ਰਹਿੰਦੀ ਹੈ, ਉਸਨੂੰ ਸੱਦ ਕੇ ਲੈ ਕੇ ਆਓ। ਹੁਕਮ ਮੰਨ ਕਰਕੇ ਉਹ ਸੇਵਕ ਗਿਆ, ਜੋ ਬੇਸਵਾ ਨੂੰ ਸੱਦ ਕੇ ਲੈ ਕੇ ਆਉਂਦਾ। ਅਤੇ ਉਸ ਸਮੇਂ ਮਹਾਂਪੁਰਖ ਕਹਿਣ ਲੱਗੇ, ਬੇਟਾ ਤੂੰ ਸਾਨੂੰ ਰੋਜ਼ਾਨਾ ਸਵਾਲ ਕਰਦੀ ਸੀ ਕਿ ਸਾਡਾ ਦਾੜਾ ਚਿੱਟਾ ਹੈ ਜਾਂ ਤੇਰੇ ਕੁੱਤੇ ਦੀ ਪੂਛ ਚਿੱਟੀ ਹੈ, ਅੱਜ ਇਸ ਦਾ ਜਵਾਬ ਸੁਣ ਲੈ। ਮੇਰੀ ਇਹ ਜਿਹੜਾ ਦਾੜਾ ਹੈ ਚਿੱਟਾ ਹੈ। ਬੇਸਵਾ ਕਹਿਣ ਲੱਗੀ, ਮਹਾਂਪੁਰਖੋ ਤੁਸੀਂ ਇਸ ਗੱਲ ਦਾ ਜਵਾਬ ਮੈਨੂੰ ਉਸ ਦਿਨ ਵੀ ਦੇ ਸਕਦੇ ਸੀ। ਕਹਿੰਦੇ ਨਹੀਂ, ਉਦੋਂ ਅਸੀਂ ਜੀਵਨ ਜਿਉਂ ਰਹੇ ਸੀ, ਹੁਣ ਸਾਡਾ ਜੀਵਨ ਸਮਾਪਤ ਹੋ ਗਿਆ ਹੈ। ਉਦੋਂ ਸਾਨੂੰ ਇਹ ਸੀ ਕਿ ਕਦੇ ਇਹ ਜਿਹੜਾ ਜੀਵਨ ਹੈ ਕਦੇ ਡੋਲ ਨਾ ਜਾਵੇ, ਕਿਤੇ ਮਨ ਕਿਤੇ ਆਸੇ ਪਾਸੇ ਨਾ ਹੋ ਜੇ, ਥਿੜਕ ਨਾ ਜਾਵੇ, ਇਸ ਲਈ ਤੈਨੂੰ ਅਸੀਂ ਉੱਤਰ ਨਹੀਂ ਦਿੱਤਾ। ਪਰ ਹੁਣ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਜੀਵਨ ਪੂਰਾ ਹੋ ਗਿਆ ਔਰ ਸਾਫ਼ ਲੰਘ ਗਿਆ। ਅਸੀਂ ਸਾਫ਼ ਜੀਵਨ ਬਤੀਤ ਕੀਤਾ, ਕੋਈ ਔਗਣ ਨਹੀਂ ਕਮਾਇਆ, ਕੋਈ ਮਾੜਾ ਕੰਮ ਨਹੀਂ ਕੀਤਾ। ਇਸ ਲਈ ਅਸੀਂ ਜਾਣ ਲਿਆ ਕਿ ਸਾਡਾ ਦਾੜਾ ਚਿੱਟਾ ਹੈ। ਉਦੋਂ ਸਾਡੀ ਬੇੜੀ ਵਿਚਾਲੇ ਸੀ। ਇਸ ਲਈ ਭਗਤ ਜੀ ਸਾਨੂੰ ਵੀ ਸਿੱਖਿਆ ਦਿੰਦੇ ਨੇ, ਭਾਈ ਕਦੇ ਹੰਕਾਰ ਨਾ ਕਰੋ ਆਪਣੇ ਗੁਣਾਂ ਦਾ, ਆਪਣੇ ਸਰੀਰ ਦਾ। ਕਿਉਂ? ਅਜਹੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਅਜੇ ਤਾਂ ਇਹ ਸਰੀਰ ਰੂਪ ਨਾਵ ਇਸ ਸੰਸਾਰ ਸਮੁੰਦਰ ਵਿੱਚ ਤੁਰੀ ਫਿਰਦੀ ਹੈ, ਕੀ ਜਾਣੀਏ ਕਿੱਥੇ ਆ ਕੇ ਗੋਤਾ ਵੱਜੇ ਤੇ ਡੁੱਬ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਪਾਰ ਉਤਰੈ, ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਰਹਿਮਤ ਮਿਹਰ ਹੋ ਜਾਂਦੀ ਹੈ, ਉਹ ਇਸ ਸੰਸਾਰ ਤੋਂ ਪਾਰ ਉਤਰ ਜਾਂਦਾ ਹੈ। ਦਾਸ ਕਬੀਰ ਕਹਿ ਸਮਝਾਏ। ਭਗਤ ਕਬੀਰ ਜੀ ਕਹਿੰਦੇ ਮੈਂ ਦਾਸ ਭਾਈ ਤੁਹਾਨੂੰ ਸਮਝਾ ਕਰਕੇ ਕਹਿ ਰਿਹਾ ਹਾਂ। ਕੇਵਲ ਰਾਮ ਰਖੋ ਲਿਵ ਲਾਏ। ਕੇਵਲ ਰਾਮ ਪਰਮਾਤਮਾ ਵਾਹਿਗੁਰੂ ਦੇ ਨਾਲ ਆਪਣੇ ਚਿੱਤ ਦੀ ਬਿਰਤੀ ਜੋੜ ਕੇ ਰੱਖੋ। ਇਸ ਸੰਸਾਰ ਵਿੱਚ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਉਸ ਮਾਲਕ ਤੋਂ ਬਿਨਾਂ। ਜਿੱਥੇ ਵੀ ਮਨ ਜਾਂਦਾ ਹੈ ਭਟਕਦਾ ਹੀ ਹੈ। ਦੇਖੋ ਸਾਧ ਸੰਗਤ, ਅਸੀਂ ਆਪਣੇ ਮਨ ਨੂੰ ਭਾਵੇਂ ਧਨ ਪਿੱਛੇ ਜੋੜ ਲਈਏ, ਭਾਵੇਂ ਇਸਤਰੀ, ਭਾਵੇਂ ਪਰਿਵਾਰ, ਇਹ ਮਾੜੇ ਨਹੀਂ ਆਖੇ ਗੁਰਬਾਣੀ 'ਚ ਸਤਿਗੁਰਾਂ ਨੇ, ਪਰ ਮਹਾਰਾਜ ਕਹਿੰਦੇ ਤੇਰਾ ਸਦਾ ਸੰਗੀ ਪਰਮਾਤਮਾ ਦਾ ਨਾਮ ਹੈ। ਜੇ ਨਾਮ ਦਾ ਪੱਲਾ ਫੜ ਕੇ ਰੱਖੇਗਾ
ਫਿਰ ਡੋਲੇਗਾ ਨਹੀਂ, ਕਿਸੇ ਨਾਲ ਧੋਖਾ ਨਹੀਂ ਕਰੇਗਾ, ਤੂੰ ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ। ਜੇ ਨਾਮ ਦਾ ਪੱਲਾ ਫੜ ਕੇ ਰੱਖੇਗਾ ਫਿਰ ਝੂਠੇ ਸੰਸਾਰ ਵਿੱਚ ਉਲਝੇਗਾ ਨਹੀਂ। ਇਸ ਲਈ ਭਾਈ ਸਦਾ ਵਾਹਿਗੁਰੂ ਦੇ ਨਾਮ ਨਾਲ ਆਪਣੀ ਲਿਵ ਜੋੜ ਕੇ ਰੱਖੋ, ਨਾਮ ਨਾਲ ਜੁੜ ਕੇ ਰਹੋ, ਗੁਰਬਾਣੀ ਵਾਲਾ ਜੀਵਨ ਬਤੀਤ ਕਰੀਏ, ਸੇਵਾ ਸਿਮਰਨ ਨੂੰ ਆਪਣਾ ਜੀਵਨ ਬਣਾਈਏ। ਸਤਿਗੁਰੂ ਜੀ ਸਾਰਿਆਂ 'ਤੇ ਕਿਰਪਾ ਕਰਨ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।